ਫੈਸਲ ਸਭ ਤੋਂ ਜ਼ਿਆਦਾ ਤੇਰੇ ਅੱਬੂ ਦੀ ਕਿਹੜੀ ਚੀਜ਼ ਐਸੀ ਹੈ ਜਿਹੜੀ ਮਤਲਬ ਕਿ ਤੂੰ ਅੱਜ ਤੱਕ ਸੰਭਾਲ ਕੇ ਰੱਖੀ ਹੈ? ਰਜਿਸਟਰੀ ਹੈ ਉਸਤਾਦ ਜੀ। ਤਾਜੀ ਇਹਨਾਂ ਦੇ ਅੱਬੂ ਨੂੰ ਸ਼ਿਕਾਰ ਦਾ ਬੜਾ ਸ਼ੌਕ ਸੀ। ਹਾਂ ਜੀ, ਕੁੱਤਾ ਵੀ ਉਹਨਾਂ ਨੇ ਮਾਰਨਾ ਸੀ। ਠੀਕ ਹੈ ਬਸ। ਕੈਚਅਪ, ਮਾਇਓਨੀਜ਼, ਸਲਾਦ ਤੇ ਓਏ, ਉਹ ਇਹਦੇ ਭਾਈ- ਵਿੱਚ ਹੋਰ ਹਾਂ ਤੂੰ ਸਿੰਗਰ ਦਲਦਲ ਬਣਾਉਣ ਡਿਆ ਵਾ ਹੈ ਜਾ ਉਹ ਸਾਦਾ ਬਣਾਉਣੀ ਉਹਨੇ ਮਾਇਓਨੀ ਕੈਚਅਪ। अस्सलाम वालेकुम, टी टाइम में खुश आमदीद। ਅਸੀਂ ਕਿੰਨੇ ਜਣੇ ਆ? 4 ਜਣੇ ਸਾਥ ਜੀ। ਕੌਣ ਕੌਣ? ਬਾਸ, ਭਾਈ ਮਿੱਠਾ, ਭਾਈ ਫੈਸਲ ਤੇ ਕਾਲੂ ਨਾਈ। ਸਹੀ ਤਾਂ ਨਜ਼ਰ ਨਹੀਂ ਆ ਰਹੇ ਸਾਹਮਣੇ ਸਾਰੇ। ਮੁਦੱਸਰ ਨਹੀਂ ਆਇਆ ਅੱਜ? ਚਲਾ ਗਿਆ ਚਲਾ ਗਿਆ ਸਾਜੀ, ਦੁਕਾਨ ਤੇ ਜਾਣਾ ਸੀ। ਚਲੋ ਅੱਲਾ ਖੈਰ ਕਰੇ। ਫੈਸਲ ਸਾਹਿਬ ਸੁਣਾਓ, ਕੀ ਹਾਲ ਆ? ਉਸਤਾਦ ਜੀ ਅੱਲਾ ਦਾ ਸ਼ੁਕਰ ਹੈ। ਫੈਸਲ ਸਾਹਿਬ, ਤੁਸੀਂ ਆਪਣੇ ਵਾਲਦ ਸਾਹਿਬ ਦੀਆਂ ਚੀਜ਼ਾਂ ਦਾ ਦੱਸਣਾ ਸੀ ਅੱਜ ਦੇ ਸ਼ੋਅ 'ਚ ਹਾਂਜੀ ਉਸਤਾਦ ਜੀ, ਕਿ ਤੁਹਾਡੇ ਵਾਲਦ ਸਾਹਿਬ ਕੀ ਕੀ ਛੱਡ ਕੇ ਗਏ ਨੇ, ਜਾਂ ਉਹਨਾਂ ਦੀ ਕਿਹੜੀ ਕਿਹੜੀ ਚੀਜ਼ ਤੁਸੀਂ ਜਿਹੜੀ ਉਹ ਸੰਭਾਲੀ ਪਈ ਹੈ? ਉਸਤਾਦ ਜੀ ਮੈਂ ਦੱਸਾਂਗਾ ਉਸਤਾਦ ਜੀ, ਇੱਕ ਛੋਟੀ ਜੀ ਫਰਮਾਇਸ਼ ਸੀਗੀ, ਉਹ ਸੁਣਾ ਦੇਣਾ ਜ਼ਰਾ। ਮੈਂ ਸੁਣਾਵਾ। ਰੋਣਾ ਚਾਹੇ ਰੋਣਾ ਪਾਏ। ਹਾਏ ਉਸਤਾਦ ਜੀ ਇਹ ਸਿਰਫ 2 ਲੈਣਾ ਸੁਣਾ ਦਿਓ ਮਿਹਰਬਾਨੀ, ਮੈਂ ਦੱਸਦਾ। रोना चाहे रोना पाए, दिल कितना मजबूर है, किसे पता है कौन बताए, रब को क्या मंजूर है। ਹਾਏ ਹਾਏ रोना चाहे रोना पाए, दिल कितना मजबूर है। ਹੋਏ 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 ਉਸਤਾਦ ਜੀ ਕੀ कहने। ਉਸਤਾਦ ਜੀ ਮਿੱਠੇ ਦਾ ਵੀ ਸੁਣੋ ਅੱਜ ਫਿਰ। मैंने तो सीखा वही ਆਹਾ माँ ने जो ज्ञान दिया, आहा दर्द जो दे किसी को मैं वो इंसान नहीं, खामियां खामियां मुझ में भी है, पर मैं बेईमान नहीं। मैंने सबको अपना माना, मेरा ये कसूर है, मेरा ये कसूर है, रोना चाहे रोना पाए। चलो जी, फैसल बहुत साहब अच्छा खैर जी। सी अज? ਉਸਤਾਦ ਜੀ ਸੱਚੀ ਮੁੱਚੀ ਹਾਏ ਹਾਏ ਕਿਤੇ ਹੋਰ ਹੀ ਚਲਾ ਗਿਆ ਸੀ ਮੈਂ। ਹਾਏ ਕਿੱਥੇ ਗਏ ਸੀ? ਬਾਅਦ ਉਕਾਲ ਉਸਤਾਦ ਜੀ ਮਾਜ਼ਰਤ ਨਾਲ ਮੈਂ ਗੱਲ ਕਰਦਾ, ਤੁਸੀਂ ਅਕਸਰ ਕਹਿ ਦਿੰਦੇ ਹੋ ਕਿ ਕਿੱਧਰ ਤੱਕ ਕਿੱਧਰ ਲੈ ਜਾਂਦਾ ਹੈ। ਮੇਰੀ ਇੱਕ ਆਦਤ ਹੈਗੀ ਉਸਤਾਦ ਜੀ, ਅੱਬੂ ਦਾ ਜ਼ਿਕਰ ਜਦੋਂ ਵੀ ਹੁੰਦਾ ਨਾ ਮੈਂ ਹਾਏ 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 ਹਾਏ। ਫੈਸਲ ਸਾਹਿਬ ਸਮਝ ਰਹੇ ਤੁਹਾਡੀ ਫੀਲਿੰਗ ਆਈ। ਲੇਕਿਨ ਇਸ ਗਾਣੇ ਚ ਅੱਬੂ ਦਾ ਜ਼ਿਕਰ ਕਿੱਥੋਂ ਆ ਗਿਆ? ਉਹ ਯਾਰ ਦੱਸਣ ਤਾਂ ਦੇ, ਰੋਣਾ ਚਾਹੂੰ ਰੋਣਾ ਪਾਉਂ ਇਹ ਹੈ। ਅੱਬੂ ਨਾਰਾਇਣ ਨੇ ਗਾਇਆ ਤਾਂ ਕਰਕੇ। ਨਾਲੇ ਮਿੱਠੇ नहीं 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 यार, हर बंदे ने अपने अपने किसी गाने दे विच अपना अपना हिसाब रखिया हुंदा। ਉਸਤਾਦ ਜੀ ਮੈਂ ਸੱਚੀ ਮੁੱਚੀ ਮੈਂ ਆਪਣੇ ਅੱਬੂ ਦੇ ਨਾਲ ਇਸ਼ਕ ਕਰਦਾ ਵਾਂ, ਇਸ਼ਕ ਕੀਤਾ ਹੈ। ਚੀਜ਼ਾਂ ਉਹਨਾਂ ਦੀਆਂ ਕਿਹੜੀਆਂ ਰੱਖੀਆਂ? ਉਸਤਾਦ ਜੀ ਅੱਬੂ ਦਾ ਪਾਣੀ ਅੱਜ ਵੀ, ਮੈਂ ਅੱਬੂ ਦੇ ਪੈਰ ਧੋਤੇ ਸੀ, ਅੱਜ ਵੀ 40 ਲੀਟਰ ਦੀ ਕੈਨ ਘਰ ਪਈ ਉਸਤਾਦ ਜੀ। ਹਾਂਜੀ ਕਿੰਨੀ? 40 ਲੀਟਰ ਦੀ ਕੈਨ ਉਸਤਾਦ ਜੀ ਪਈ ਘਰ। 40 ਲੀਟਰ ਦੀ ਕੈਨ। 40 ਲੀਟਰ ਨਾਲ ਪੈਰ ਧੋਤੇ? 40 ਲੀਟਰ ਨਾਲ ਪੈਰ ਤੋਂ ਇੰਨੇ ਗੰਦੇ ਪੈਰ ਸੀ? ਨਹੀਂ ਉਹ ਬੇਸਿਕਲੀ ਮਸਤ ਸੀ ਕਿ ਨਹਿਰ 'ਚ ਬੈਠੇ ਰਹਿੰਦੇ ਸੀ ਲੱਤਾਂ ਰੱਖ ਕੇ। ਉਸਤਾਦ ਜੀ ਉਸਤਾਦ ਜੀ ਸਮੱਧ ਲੱਗ ਗਈ ਸੀ ਪੈਰਾਂ ਨੂੰ, ਉਹ ਨਹੀਂ ਸੀ ਲੱਥਣ ਦਈ। ਉਸਤਾਦ ਜੀ ਪਤਾ ਕੀ ਗੱਲ ਹੈ, ਉਹ ਕੈਨ ਦੇ ਵਿੱਚ ਰੱਖਿਆ 40 ਲੀਟਰ ਦੀ ਕੈਨ ਹੈ, ਪਾਣੀ ਥੋੜਾ ਜਿਹਾ ਹੀ ਹੈ। ਹਾਂਜੀ ਅੱਛਾ। ਫਿਰ ਉਸ ਤੋਂ ਬਾਅਦ ਉਸਤਾਦ ਜੀ ਇੱਕ ਉਹ ਅੱਬੂ ਦਾ ਨਾ ਉਹ ਜਿਹੜਾ ਉਹ ਜਿਹਦੇ ਨਾਲ ਨਾਖੂਨ ਕੱਟਦੇ ਸੀਗੇ। ਨਹੀਂ ਉਹ ਨੀਲ ਕਟਰ। ਉਸਤਾਦ ਜੀ ਲੋਕੀ ਤੇ ਕਹਿੰਦੇ ਸੀ ਨਾ ਪੈਰਾਂ ਦਾ ਮਿੱਟੀ ਨਾ ਛੱਡਿਓ, ਇਹਨਾਂ ਦੇ ਅੱਬੂ ਨੂੰ ਕਹਿੰਦੇ ਪੈਰਾਂ ਦਾ ਪਾਣੀ ਨਾ ਛੱਡਿਓ। ਹਾਂ ਇੰਨਾ ਪਾਣੀ ਸੀਗਾ। ਉਹ ਅੱਛਾ, ਨੀਲ ਕਟਰ
ਨੇਲ ਕਟਰ ਵੀ ਘਰ ਪਿਆ ਹੋਇਆ ਅੱਜ ਵੀ। ਹਾਂਜੀ ਉਸ ਤੋਂ ਬਾਅਦ ਅੱਬੂ ਦਾ ਇੱਕ ਸੋਨੇ ਦਾ ਦੰਦ ਸੀਗਾ, ਹਲੋ ਜੀ। ਉਹ ਵੀ ਉਹ ਤੇ ਮੇਰਾ ਨਹੀਂ ਉਹ ਮਰਨ ਤੋਂ ਬਾਅਦ ਨਹੀਂ ਰੱਖਿਆ, ਉਹ ਤੇ ਤੁਸੀਂ ਜੀਂਦੇ ਹੀ ਲਾ ਲਿਆ ਸੀ। ਨਹੀਂ ਉਹ ਪਹਿਲੇ ਹੀ ਉਹਨਾਂ ਨੇ ਆਪ ਹੀ ਲਾ ਦਿੱਤਾ ਸੀਗਾ। ਤੇ ਫਿਰ ਉਹ ਇੱਕ ਉਹ ਬੀੜ ਜਿਹਾ ਸੀਗਾ, ਸੋਨੇ ਦਾ ਦੰਦ। ਹਾਂ ਸੋਨੇ ਦਾ ਦੰਦ ਆਹੋ ਸੀ। ਤੇ ਆਪ ਹੀ ਲਾਉਣਾ। ਜਦੋਂ ਮਤਲਬ ਤਿੰਨੇ ਭਰਾ ਪਲਾਸ ਲੈ ਕੇ ਅੱਗੇ ਪਿੱਛੇ ਫਿਰੀ ਜਾ ਰਹੇ ਨੇ ਤੇ ਉਹਨਾਂ ਨੇ ਡਰ ਕੇ ਉਹਨਾਂ ਨੇ ਕਿਹਾ ਭਾਈ ਆ ਲਵੋ। ਉਸਤਾਦ ਜੀ ਉਸਤਾਦ ਅੱਬਾ ਜੀ ਨੂੰ ਫੌਤ ਹੋਏ ਸੋਨੇ ਦਾ ਦੰਦ ਲਾ ਕੇ ਉੱਥੇ ਐਜ ਕਰਕੇ ਚਿੱਟੀ ਨੇ ਚੀਕੂ ਕਰਕੇ ਲਪੇਟਤੀ ਇਹਦੇ ਕਰਕੇ। ਰਾਜੀ ਉਹਨਾਂ ਨੂੰ ਸੋਨੇ ਦਾ ਦੰਦ ਲੱਗਾ ਸੀ, ਲੋਹੇ ਦੀ ਨਸਵਾਗ ਦਿੰਦੇ ਸੀ। ਹਾਂਜੀ ਹਾਂ ਅੱਛਾ ਜੀ, ਸੋਨੇ ਦਾ ਦੰਦ ਉਹ ਕਿਉਂ ਲਵਾਇਆ? ਸੋਨੇ ਦੇ ਦੰਦ ਦਾ ਕੀ ਲੌਜੀਕ ਹੁੰਦੀ ਯਾਰ? ਉਸਤਾਦ ਜੀ ਫਿਰ ਐਦਾਂ ਬੰਦਾ ਮਹਿੰਗੀ ਦੰਦੀ ਵੜਦਾ ਵਾ। ਸੋਨੇ ਦੇ ਦੰਦ ਵਾਲੇ ਨੂੰ ਬੰਦੇ ਨੂੰ ਡਾਕੂ ਵੀ ਰੋਕ ਲਵੇ ਤੇ ਮੂੰਹ ਹੀ ਨਹੀਂ ਖੋਲਦਾ, ਕੱਢਦੇ ਜੋ ਕੁਛ ਹੈਗਾ। ਅੱਛਾ ਹੋਰ ਭਾਈ ਫੈਸਲਾ ਕੀ ਨਿਕਲਿਆ? ਫਿਰ ਉਸਤਾਦ ਜੀ ਇੱਕ ਟਾਰਚ ਸੀਗੀ ਅੱਬੂ ਕੋਲ, ਹਾਏ ਟਾਰਚ ਵੀ ਪਈ ਹੈ ਅੱਜ ਵੀ ਮੇਰੇ ਕੋਲ ਪਈ ਹੈ ਟਾਰਚ? ਅੱਛਾ ਵਾਹ, ਹਾਂ। ਉਹ ਵੀ ਪਈ ਹੈ। ਠੀਕ ਹੈ। ਇੱਕ ਰੱਸਾ ਸੀਗਾ, ਹੈ ਉਹ ਜਿਹਦੇ ਨਾਲ ਫਾਂਸੀ ਦਿੱਤੀ। ਨਹੀਂ ਕੀ ਸੀ? ਰੱਸਾ ਉਹ ਉਹਨਾਂ ਦਾ ਇੱਕ ਬੱਕਰਾ ਸੀਗਾ ਉਸਤਾਦ ਜੀ, ਉਹ ਬੱਕਰੇ ਨੂੰ ਬੰਨ੍ਹ ਕੇ ਰੱਖਦੇ ਸੀਗੇ। ਉਹ ਰੱਸਾ ਯਾਨੀ ਕਿ ਅੱਜ ਵੀ ਮੇਰੇ ਕੋਲ ਹੈ। ਉਹ ਰੱਸਾ ਵਗੈਰਾ ਟੱਪਦੇ ਸੀ ਨਾ, ਉਹ ਐਕਸਰਸਾਈਜ਼ ਕਰਦੇ ਸੀਗੇ। ਇਹਨਾਂ ਕੋ ਸਾਹ ਦੀ ਅੱਛਾ। ਕਾਲੀ ਬਿੱਲੀ ਵੀ ਆ, ਇਹਨਾਂ ਦੇ ਅੱਬੂ ਨੀ ਸਿਰ ਤੇ ਰੱਖ ਕੇ ਕਹਿੰਦੇ ਸੀ ਮੈਨੂੰ ਬੈਟਮੈਨ ਕਹੋ। ਅੱਛਾ ਯਾਰ ਕੋਈ ਚੰਗੀ ਚੀਜ਼ ਨਹੀਂ, ਕੋਈ ਐਸੀ ਜਿਹੜੀ ਸਾਡੇ ਵੀ ਕੰਮ ਆ ਜੇ, ਕੋਈ ਜ਼ਰਾ ਥੋੜੀ ਉਸਤਾਦ ਅੱਛੀ? ਜੀ ਮੇਰੇ ਅੱਬੂ ਨੇ ਨਾ ਇੱਕ ਸਿਗਰਟ ਵਜਾਇਆ ਸੀ ਪੈਰ ਦੇ ਨਾਲ, ਪ੍ਰਿਸਟਨ ਦਾ। ਉਹ ਵੀ ਅੱਜ ਮੇਰੇ ਕੋਲ ਟੋਟਾ ਪਿਆ ਹੋਇਆ ਹੈ। ਕਿਹਦਾ? ਉਹ ਨਹੀਂ ਉਹ ਕਿਉਂ ਰੱਖਿਆ ਤੂੰ ਯਾਰ? ਉਹ ਮਤਲਬ ਕੀ ਇਹਦੀ ਕੀ ਨਿਸ਼ਾਨੀ ਦੇ ਤੌਰ ਤੇ ਕਿ ਮੇਰੇ ਅੱਬੂ ਨੇ ਵਜਾਇਆ। ਇਹ ਹਰ ਸ਼ੈ ਤਾਂ ਤੁਸੀਂ ਰੱਖ ਲਿਆ, ਇਹ ਅੱਬਾ ਵੀ ਰੱਖ ਲੈਂਦੇ। ਇਹ ਕਿਹੜੀ ਲੋੜ ਸੀ ਫਿਰ ਉੱਥੇ ਐਵੇਂ ਭੇਜਣ ਦੇ ਵਿਚਾਰੇ ਨੂੰ? ਠੀਕ ਹੈ ਯਾਰ ਦੱਸ ਨਾ, ਅੱਡੀ ਜਿਹੜੀ ਆ ਉਹ ਭੇਜ ਦਿੱਤੀ ਹੈ ਤੇ ਸਿਗਰਟ ਰੱਖ ਲਿਆ, ਆਹੋ ਮੂੰਹ ਭੇਜ ਦਿੱਤਾ ਤੇ ਦੰਦ ਰੱਖ ਲਿਆ, ਪੈਰ ਭੇਜ ਦਿੱਤੇ ਤੇ ਪਾਣੀ ਰੱਖ ਲਿਆ। ਇਹ ਨਹੀਂ ਮੈਨੂੰ ਸਮਝ ਆ ਰਹੀ। ਫਿਰ ਉਸਤਾਦ ਜੀ ਮੇਰੇ ਅੱਬੂ ਨਾ ਇੱਕ ਥੜੀ ਤੇ ਬੰਦੇ ਸੀਗੇ। ਹਾਂ ਉਹ ਥੜੀ ਦੀਆਂ ਮੈਂ ਸਾਰੀਆਂ ਉਤਲੀਆਂ 8 ਕਿੱਟਾਂ ਮੈਂ ਉਹ ਲਵਾ ਕੇ ਉਹ ਵੀ ਰੱਖੀਆਂ ਨੇ। ਹਾਂਜੀ ਉਹ 8 ਇੱਟਾਂ ਲੋ ਆ ਕੇ ਉਹਨਾਂ 'ਚ ਅੱਬਾ ਦਫਨਾਤਾ ਹੀ ਉਹ ਥੜੇ 'ਚ ਹੀ। ਨਹੀਂ ਥੜੇ ਨਹੀਂ ਅੱਛਾ, ਜਿੱਥੇ ਬਹਿੰਦੇ ਹੁੰਦੇ ਸੀ ਉੱਥੋਂ ਥੱਲੇ ਇੱਟਾਂ ਪਟਾ ਲੀਆਂ। ਹਾਂਜੀ ਮਹੱਲੇ ਦੇ ਸਾਰੇ ਗਟਰਾਂ ਦੇ ਢੱਕਣ ਗਾਇਬ ਕੀਤੇ, ਮੇਰਾ ਅੱਬਾ ਪੈਂਦਾ ਰਿਹਾ ਜੀ ਇੱਥੇ। ਅੱਛਾ ਮਹੱਲੇ 'ਚ ਹਰ ਸ਼ਾਇਦ ਚੁੱਕ ਲੈਂਦਾ ਇਹ ਗੱਲ ਕਹਿ ਕੇ। ਤਾਜੀ ਉਹ ਇੱਟਾਂ ਤੇ ਇੰਨਾ ਬਹਿੰਦੇ ਸੀ, ਇੱਟਾਂ 'ਚ ਵੀ ਟੋਇਆ ਪਿਆ ਹਲਕਾ ਹਲਕਾ। ਉਹ ਕੱਪ ਵੀ ਮੇਰੇ ਕੋਲ ਜਿੱਥੇ ਖਾਣਾ ਖਾਂਦੇ ਸੀਗੇ, ਉਹ ਪਲੇਟਾਂ ਵੀ ਕੋਲ ਨੇ, ਹਾਏ ਉਹਨਾਂ ਦੇ ਕੱਪੜੇ ਵੀ ਕੋਲ ਨੇ। ਡਰਾਈ ਫਰੂਟ ਵਾਲੇ ਜਦੋਂ ਲੰਘਦੇ ਭਾਵੇਂ ਫਸਲ ਮੁੱਠਾ ਭਰ ਕੇ ਸੌਦਾ ਚੁੱਕ ਲੈਂਦੇ, ਕਹਿੰਦੇ ਅੱਬੂ ਇੱਥੇ ਹੱਥ ਮਾਰਦੇ ਹੁੰਦੇ ਸੀਗੇ। ਬਰਸ਼ ਵੀ ਪਿਆ ਹੈ, ਕੀ ਪਿਆ? ਹੇਅਰ ਬਰਸ਼, ਉਹ ਐਨਕ ਦਾ ਵੀ ਕਹਿੰਦੇ। ਐਨਕ, ਹਾਂਜੀ ਬੜਾ ਕੁਛ ਪਿਆ ਹੈ ਉਸਤਾਦ ਜੀ। ਕਿਹੜੀ ਐਨਕ ਗੱਲ? ਨਜ਼ਰ ਵਾਲੀ ਕਿ ਦੂਜੀ? ਨਹੀਂ ਨਜ਼ਰ ਵਾਲੀ ਲੈਦਾ ਸੀ, ਦੂਸਰੀ 2 ਐਨਕਾਂ ਲੱਗੀਆਂ ਸੀ ਅੱਬੂ। ਹਾਂ ਇੱਕ ਸਟਾਜੀ ਨਜ਼ਰ ਵਾਲੀ ਸੀ, ਇੱਕ ਵੈਲਡਿੰਗ ਵਾਲੀ ਸੀ। ਹਾਂਜੀ ਆਹੋ ਯਾਰ ਫੈਸਲ ਮੇਰੀ ਗੱਲ ਸੁਣ, ਇਦਾਂ ਦੇ ਉਹਨਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਦੇ ਨਾਲ ਉਹਨਾਂ ਦੀ ਬਾਡੀ ਟੱਚ, ਘਰ ਦੇ ਵਿੱਚ ਪੱਖਾ ਚਲਾਉਂਦੇ ਹੋਣੇ ਨੇ, ਨਹਾਉਂਦੇ ਹੋਣੇ ਨੇ, ਮਤਲਬ ਸਾਰਾ ਕੁਝ ਹੁੰਦਾ ਸਿਸਟਮ। ਲੋਟਾ ਵੀ ਪਿਆ ਹੋਣਾ। ਉਸਤਾਦ ਜੀ ਮੈਂ ਇੱਕ ਗੱਲ ਦੱਸਾਂ, ਮੇਰਾ ਦਿਲ ਕਹਿੰਦਾ ਜਿੱਥੇ ਇੰਨੀਆਂ ਚੀਜ਼ਾਂ ਪਈਆਂ ਨੇ ਫੋਲ ਕੇ ਦੇਖਣ ਅੱਬਾ ਵੀ ਘਰ ਹੀ ਹੋਣਾ ਹੀ। ਨਹੀਂ ਮਿੱਠੇ, ਉਹ ਚੀਜ਼ਾਂ ਸਾਰੀਆਂ ਪਈਆਂ ਵਾ, ਸਿਰਫ ਅੱਬੂ ਪਵਾਉਣਾ ਵਿੱਚ ਬਸ। ਅੱਛਾ ਭਾਈ ਫੈਸਲ ਕਿਹਦੇ ਵਿੱਚ ਸਿਰਫ ਅੱਬੂ ਪਵਾਉਣਾ, ਚੀਜ਼ਾਂ ਸਾਰੀਆਂ ਪਈਆਂ ਨੇ। ਯਾਰ ਇੱਕ ਮਿੰਟ, ਭਾਈ ਫੈਸਲ ਅੱਬੂ ਰਾਤ ਨੂੰ ਦਫਨਾਏ ਸੀਗੇ? ਨਹੀਂ ਅੱਧੇ ਰਾਤ ਨੂੰ ਅੱਧੇ ਦਿਨੇ। ਓਹੋ ਅਸਰ ਤੋਂ ਬਾਅਦ। ਅਸਰ ਤੋਂ ਬਾਅਦ ਸ਼ਾਮ ਹੀ ਹੋ ਜਾਂਦੀ ਆ। ਹਾਂ ਨਹੀਂ ਸ਼ਾਮ ਨਹੀਂ, ਨਹੀਂ ਦੁਪਹਿਰ। ਦਿਨੇ ਨੂੰ ਦਫਨਾਏ ਅੱਬਾ ਜੀ ਦਾ ਸੋਲਰ ਨਹੀਂ ਸੀ ਕੰਮ ਕਰਦਾ? ਲੇਕਿਨ ਤਾਜੀ ਇਹ ਇੰਨੀਆਂ ਜੇਬਾਂ ਫੋਲਦੇ ਸੀ ਅੱਬੂ ਦੀਆਂ, ਉਹ ਜਦੋਂ ਦਫਨਾਇਆ ਨਾ ਇੱਕ ਹੱਥ ਉਹਨਾਂ ਨੇ ਉਦੋਂ ਵੀ ਜੇਬੀ ਤੇ ਲਾਗੇ ਇਦਾਂ ਰੱਖਿਆ ਸੀ। ਤਾਜੀ ਭਾਈ ਫੈਸਲ ਦੇ ਅੱਬੂ ਦੀ ਜੇਬ ਤੋਂ ਇੱਕ ਏਡਾ ਸ਼ਾਸ਼ੇ ਵੀ ਨਿਕਲਿਆ ਵਾ। ਹਾਂਜੀ ਉਹ ਵੀ ਇਹਨਾਂ ਨੇ ਸਾਂਭ ਕੇ ਰੱਖਿਆ ਵਾ। ਉੱਤੇ 3 ਪਰਿੰਦੇ ਬਣੇ ਆ। ਕਿਸੇ ਮੇਰੇ ਅੱਬੇ ਦੀ ਜੇਬ 'ਚ ਇੱਕ ਯਾਰ ਮੈਂ ਨਹੀਂ ਕਰਨਾ ਸ਼ੋ ਯਾਰ, ਜਾਓ। ਨਹੀਂ ਓਏ ਯਾਰ ਬਾਸ ਉਹ ਕੀ ਪਤਾ ਜਾਓ ਕੈਚਅਪ ਯਾਰ, ਜਾਓ। ਹੋਵੇ। ਤੈਨੂੰ ਮੈਂ ਜਾਓ ਕਿਹਾ ਯਾਰ, ਕਿ ਜਾਓ, ਤਹਿਰੀਰ ਵੀ ਜਾਓ। ਲਿਖੀ ਸੀ, ਉਹਨਾਂ ਨੇ ਕਿਹਾ ਕਿ ਆਬਾਸ ਮੇਰਾ ਪੁੱਤਰ ਆ। ਹੈਂ? ਇਹਨਾਂ ਦੇ ਯਾਰ ਅੱਬਾ ਜੀ ਦੀ ਜੇਬ 'ਚੋਂ ਇੰਨਾ ਕੁਝ ਨਿਕਲਿਆ ਸੀ, ਜਦੋਂ ਵਿਚਾਰੇ ਫੌਤ ਹੋਏ ਨਾ ਉਹਨੇ ਜੇਬ 'ਚ ਹੀ ਹੱਥ ਰੱਖਿਆ ਵੀ ਕੋਈ ਸ਼ਾਇਦ ਕੱਢ ਲੈਣ।
ਤਾਜੀ ਅੱਬੂ ਜੀ ਦੀ ਸੇਫ ਹੈ ਪੂਰੀ ਹਾਂਜੀ ਤਿਜੋਰੀ ਹੈ। ਅੱਜ ਨਹੀਂ ਉਹ ਫਿਰ ਸੇਵ। ਨਹੀਂ ਉਸਤਾਦ ਜੀ ਇਹਨਾਂ ਨੇ ਕੀ ਕਰ ਲੈਣਾ। ਸਾਜੇ ਦੇ ਅੱਬੂ ਦੀ ਜੇਬ 'ਚ ਇੱਕ ਕਾਗਜ਼ ਵੀ ਨਿਕਲਿਆ ਸੀ, ਉੱਪਰ ਕੁਝ ਲਿਖਿਆ ਸੀ, ਪਤਾ ਨਹੀਂ ਕੀ ਲਿਖਿਆ ਸੀ, ਕਿੰਨੇ ਕੁਝ ਲਿਖਿਆ ਸੀ। ਉਹ ਲਿਖਿਆ ਸੀ ਪਹਿਲੇ ਨੰਬਰ ਤੇ ਲਿਖਿਆ ਫੈਸਲ ਅਬ ਮੇਰਾ ਨਹੀਂ ਹੈ। ਨਹੀਂ WW ਕੁਝ ਤਾਂ ਲਿਖਿਆ ਸੀ, ਪਤਾ ਨਹੀਂ ਕੀ ਲਿਖਿਆ ਸੀ। ਕੀ WW ਮਤਲਬ? ਔਰ ਪਤਾ ਤਹਿਰੀਰਾਂ ਲਿਖੀਆਂ ਸੀ ਇੰਗਲਿਸ਼ ਸਾਜੀ। ਰੈਸਲਿੰਗ ਦੇਖਦੇ ਸੀ ਯਾਰ। ਅੱਛਾ ਇੱਕ ਨਾਗ ਵੀ ਉਸਤਾਦ ਜੀ ਇਹਨਾਂ ਕੋ ਆ ਬਈ ਫੈਸਲ ਕੋ, ਉਹ ਲੱਭਦਾ ਹੀ ਨਹੀਂ ਸੀ, ਉਹ ਨਵਾ ਲੱਗਿਆ, ਉਹਨਾਂ ਨੇ ਧੁੰਨੀ 'ਚ ਫਸਾਇਆ ਆ ਕੇ। ਯਾਰ ਫੈਸਲ ਦਾਸ ਹੋ ਗਿਆ ਯਾਰ, ਫੈਸਲ ਇਦਾਂ ਤਾਂ ਨਹੀਂ ਨਾ ਫਿਰ ਯਾਰ। ਉਸਤਾਦ ਜੀ ਪਤਾ ਕੀ ਗੱਲ, ਮੈਂ ਸੱਚੀ ਮੁੱਚੀ ਕਹਿ ਰਿਹਾ ਵਾਂ ਕਿ ਜਿਹਦੇ ਨਾਲ ਮੁਹੱਬਤ ਹੁੰਦੀ ਹੈ ਨਾ, ਹਾਏ ਹਾਏ। ਉਹਦੀ ਹਰ ਸ਼ੈ ਹੀ ਪਿਆਰੀ ਲੱਗਦੀ। ਹਾਏ। ਮੈਨੂੰ ਯਾਦ ਹੈ ਅੱਬੂ ਨੇ ਇੱਕ ਵਾਰੀ ਮੂੰਹ ਸਾਫ਼ ਕੀਤਾ ਸੀ, ਉਹ ਟਿਸ਼ੂ ਅੱਜ ਵੀ ਮੇਰੇ ਕੋਲ ਪਿਆ ਹੈ। ਮੈਂ ਉਹਨੂੰ ਲੈਮੀਨੇਸ਼ਨ ਕਰਾ ਕੇ ਰੱਖਿਆ ਹੋਇਆ ਟਿਸ਼ੂ ਨੂੰ ਉਸਤਾਦ ਜੀ। ਟਿਸ਼ੂ ਨੂੰ? ਆਹੋ। ਅੱਛਾ ਜੀ। ਫਿਰ ਉਹ ਨਾਖੂਨ ਜਿਹੜੇ ਕੱਟਦੇ ਸਨ ਅੱਬੂ, ਉਹ ਨਾਖੂਨ ਵੀ ਮੇਰੇ ਕੋਲ ਕਾਫੀ ਯਾਨੀ ਕਿ ਪਏ ਹੋਏ ਨੇ। ਹਾਂਜੀ ਆਹੋ ਉਸਤਾਦ ਜੀ ਵਾਹਵਾ ਹੀ ਨੇ ਪਏ ਹੋਏ। ਹਾਂਜੀ ਨਾਖੂਨ ਬਹੁਤ ਪਏ ਆ। ਇਹ ਚੌਲ ਚੂਲ ਨਹੀਂ ਘਰ ਪਕਾਉਂਦੇ, ਨਾਖੂਨ ਹੀ ਪਕਾਉਂਦੇ। ਕਦੀ ਸਰਦਾ ਨਾਖੂਨ ਪਕਾ ਲੇ, ਮਤੰਜਨ ਨਾਖੂਨ ਪਕਾ ਲੇ, ਦੋਸ਼ਟ ਵਾਲੇ ਨਾਖੂਨ ਪਕਾ ਲੇ। ਮੈਨੂੰ ਯਾਦ ਹੈ ਉਸਤਾਦ ਜੀ ਜਿਸ ਦਿਨ ਉਹਨਾਂ ਦੀ ਡੈਥ ਹੋਈ ਨਾ, ਹਾਂ ਸਿਗਰਟਾਂ ਦੀ ਡੱਬੀ ਸੀ, ਉਹਨਾਂ ਦੀ 6 ਸਿਗਰਟ ਪਏ ਸੀ, ਇੱਕ ਅੱਧਾ ਸੀ ਉੱਤੇ ਲੈਟਰ ਪਿਆ, ਉਹ ਉਂਝ ਹੀ ਮੈਂ ਲੈਮੀਨੇਸ਼ਨ ਕਰਾਇਆ ਉਸਤਾਦ ਜੀ। ਡੱਬੀ ਜੀ ਬਾਕਸ ਬਣਵਾਇਆ ਮੈਂ ਸ਼ੀਸ਼ੇ ਦਾ, ਉਹ ਡੱਬੀ ਉਂਝ ਹੀ ਪਈ ਹੈ ਮੇਰੇ ਕੋਲ। ਸਾਡੀ ਲੈਮੀਨੇਸ਼ਨ ਸਾਰੀ ਸੜ ਗਈ ਲੈਟਰ ਤੋਂ, ਭਲਾ ਕਿਉਂ? ਇਹ ਕਿਉਂ? ਚੱਲਦੇ ਲੈਟਰ ਨੂੰ ਲੈਮੀਨੇਸ਼ਨ ਕਰਾ ਲਈ ਇਹਨਾਂ ਨੇ। ਜਦੋਂ ਬੰਦ ਕਰ ਲਾ। ਉਹ ਲੈਮੀਨੇਸ਼ਨ ਨਹੀਂ, ਉਹ ਬਾਕਸ ਬਣਵਾਇਆ ਮੈਂ ਸ਼ੀਸ਼ੇ ਦਾ, ਉਹਦੇ 'ਚ ਰੱਖਿਆ ਹੋਇਆ। ਇਹਦਾ ਇੱਕ ਛੋਟਾ ਭਰਾ ਉਹ ਬੜੇ ਪਿਆਰ ਨਾਲ ਆਪਣੇ ਪੁੱਤ ਨਾਖੂਨ ਕੱਟਦਾ ਸੀ, ਤੇ ਜਦੋਂ ਨਾਖੂਨ ਕੱਟਦਾ ਸੀ ਅੱਬਾ ਜੀ ਦੀ ਕੋਈ ਨਾ ਕੋਈ ਅੰਗੂਠੀ ਗਾਇਬ ਹੋ ਜਾਂਦੀ ਸੀਗੀ। ਅੱਬੂ ਜੀ ਦੀ ਅੰਗੂਠੀ ਵੀ ਮੇਰੇ ਕੋਲ ਪਈ ਹੈ। ਹਾਂ ਉਹ ਲੱਭਦੇ ਮਰ ਗਏ ਵਿਚਾਰੇ। ਅੱਛਾ ਇਹ ਮੈਨੂੰ ਲੱਗਦਾ ਵਾ ਕਿ ਅੱਧੀਆਂ ਕਿ ਚੀਜ਼ਾਂ ਅੱਬੂ ਦੀ ਜ਼ਿੰਦਗੀ 'ਚ ਹੀ ਇਹਨਾਂ ਦੇ ਕੋਲ ਸੀ, ਉਹਨਾਂ ਦੀਆਂ ਗੈਪ ਹੋ ਗਈਆਂ ਸੀ। ਹਾਂਜੀ ਬਹਰਹਾਲ ਯਾਰ ਇਹਨਾਂ ਬਹੁਤ ਜ਼ਿਆਦਾ ਮਜ਼ਾਕ ਨਾ ਕਰੋ ਯਾਰ, ਇੱਕ ਮਤਲਬ ਗੱਲ ਹਾਂ ਜਿਹੜੀ ਚੀਜ਼ਾਂ ਜਿਹੜੀਆਂ ਹੈਗੀਆਂ ਫੈਸਲ ਦੱਸ ਰਿਹਾ ਤੁਸੀਂ ਉਹ ਦੇਖੀ ਜਾਓ। ਉਸਤਾਦ ਜੀ ਮੇਰੀ ਗੱਲ ਸੁਣੋ, ਜੇ ਇੱਥੇ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਲੋੜ ਸੀ ਅੱਗੇ ਨਹੀਂ ਪੈ ਸਕਦੀ। ਕੱਲੇ ਸਾਦਾ ਅੱਬਾ ਜੀ ਤੋਂ ਬਣਾਤੇ, ਉੱਥੇ ਬੇਰੌਣਕੀ ਜੀ ਨਹੀਂ ਹੋ ਗਈ ਗਾ। ਉਹ ਨਹੀਂ ਯਾਰ, ਜਿਹੜੀਆਂ ਚੀਜ਼ਾਂ ਅੱਬੂ ਦੇ ਯੂਜ਼ 'ਚ ਸਨ, ਹੁਣ ਇੱਕ ਨਨ ਚਾਕੂ ਪਿਆ ਵਾ ਅੱਬੂ ਦਾ। ਹੁਣ ਦੇਖੋ ਇੱਕ ਮਿਸਾਲ ਆ, ਨਾ ਚਾਕੂ। ਹੁਣ ਅੱਬਾ ਜੀ ਉੱਪਰ ਚਾੜੇ ਤੇ ਸਾਦਾ ਸਪਰੈਟ ਵਾਕਿਆਂ ਤੇ ਕਹਿਣਾ ਚਾਚਾ ਜੀ ਤਾਂ ਡਾਕੂ ਪੈ ਗਏ। ਨਹੀਂ ਮਿੱਠਾ ਜੀ, ਵੀ ਹਾਸੇ ਲੱਥੀ ਪਈ ਆ। ਨਾਨ ਚਾਕੂ ਨਹੀਂ ਸਮਝ ਆਈ ਕੀ ਮਤਲਬ ਨਾਨ ਚਾਕੂ। ਅੱਬੂ ਦਾ ਨਨ ਚਾਕੂ ਪਿਆ ਵਾ ਜੀ, ਉਹ ਕਰਾਟੇ ਵਾਲੀ ਵਰਦੀ ਵੀ ਪਈ। ਪਤਾ ਕੀ ਗੱਲ ਉਸਤਾਦ ਜੀ, ਮੈਂ ਸੱਚੀ ਮੁੱਚੀ ਬੜਾ ਯਾਰ ਇਹ ਕੀ ਬਗੈਰਤੀ ਹੈ ਯਾਰ, ਕਿਦਾਰ ਚਾਹ ਲਾ ਲਈ ਉੱਤੇ ਜਾਂਦੇ ਉਹਨਾਂ ਨੇ ਕਹਿਣਾ ਚਾਚਾ ਜੀ ਤੁਹਾਨੂੰ ਰਸਤੇ 'ਚ ਡਾਕੂ ਪੈ ਗਏ, ਕੋਈ ਸ਼ੈ ਵੀ ਨਹੀਂ ਨਾਲ ਤੁਹਾਡੇ। ਅਸੀਂ ਵੀ ਹਾਸੇ ਲਾ ਲਈ ਉਹਨਾਂ ਦੀ। ਮਿੱਠਾ ਜੀ ਯਾਰ ਦੂਰ ਬੇਟੇ ਮੂੰਹ ਯਾਰ ਤੇ ਵੈਸੇ ਸਾਰਾ ਕੁਝ ਵੇਚਦਾ ਤਾਂ ਆਪਣੇ ਅੱਬੂ ਦਾ। ਲੇਕਿਨ ਅਸੀਂ ਅੱਬੇ ਸਮੇਤ ਹੀ ਹਾਸੇ ਵੇਚੀ ਆ ਉਸਤਾਦ ਜੀ। ਇਹਨਾਂ ਨੇ ਬੇਸਿਕਲੀ ਅੱਬਾ ਜੀ ਨੂੰ ਸਾਬਣ ਲਾ ਕੇ ਚੀਜ਼ਾਂ ਚੋਂ ਆਪਾਂ ਇੰਜ ਕਰਕੇ ਕੱਢ ਲਿਆ ਹੌਲੀ ਹੌਲੀ। ਹਾਂਜੀ। ਚੀਜ਼ਾਂ ਸਾਰੀਆਂ ਉੱਥੇ ਪਈਆਂ, ਅੱਬਾ ਕਿਉਂ ਮਰਦਾ ਗਾ। ਮਿੱਠੇ ਅੱਜ ਵੀ ਮੈਂ ਉਹਨਾਂ ਚੀਜ਼ਾਂ ਨੂੰ ਵੇਖ ਕੇ ਨਾ, ਮੈਂ ਉਹ ਕਮਰੇ 'ਚ ਜਾਣਾ ਨਾ ਉਸਤਾਦ ਜੀ, ਮੈਨੂੰ ਆਵਾਜ਼ਾਂ ਆਉਂਦੀਆਂ ਨੇ ਅੱਬੂ ਦੀਆਂ। ਹਾਂ ਕਿ ਵੇਚਦੇ ਇਹ ਕੁਝ ਨਹੀਂ ਪਿਆ ਇਹਨਾਂ ਕੰਮਾਂ 'ਚ। ਹਵਾਇਆ ਕੀ ਆਉਂਦੀਆਂ? ਵੇਚਦੇ ਆਹ ਆਵਾਜ਼ਾਂ ਹੁੰਦੀਆਂ ਸਾਥੀ। ਅੱਛਾ ਉਧਰੋਂ ਲੈ ਦੇ। ਮੈਂ ਕੱਲ ਉਸਤਾਦ ਜੀ ਅੱਬੂ ਦਾ ਉਹ ਨਨ ਚਾਕੂ ਦੇਖਿਆ ਨਾ, ਤੇ ਉਹ ਯਾਰ ਨਾਨ ਚਾਕੂ ਦਾ ਕੀ ਕੰਮ ਆ ਯਾਰ, ਨਾਨ ਚਾਕੂ ਕੀ ਸੀ ਅੱਬੂ ਕੋ? ਇਹਦੇ ਅੱਬੂ ਨਿੰਜਾ ਟੈਟਰ ਸੀਗੇ। ਨਾਨ ਚਾਕੂ ਤੇ ਉਹਨਾਂ ਕੋ ਹੁੰਦਾ ਜੋ ਕਰਾਟੇ ਕਰੂਟੇ ਵਾਲਿਆਂ ਕੋ। ਤੇ ਅੱਬੂ ਕਰਾਟੇ ਉਸਤਾਦ ਜੀ, ਕਰਾਟੇ ਤੁਹਾਨੂੰ ਪਤਾ ਹੀ ਹੈ ਫਿਰ ਸਾਰਾ ਕੁਝ ਹੁੰਦਾ ਸੀਗਾ। ਜਵਾਨੀ 'ਚ ਕਿਤੇ ਕਰਦੇ ਰਹੇ ਨੇ। ਹਾਂ ਉਸਤਾਦ ਜੀ ਉਹਨਾਂ ਨੇ ਕਿਤੇ ਨਾਨ ਮੰਗਾਇਆ, ਚਾਕੂ ਨਾਲ ਕੱਟਿਆ, ਅੱਧਾ ਨਾ ਰੱਖ ਲਿਆ, ਅੱਧਾ ਉਹਨਾਂ ਨੇ ਖਾ ਲਿਆ, ਕਹਿੰਦਾ ਨਾਨ ਚਾਕੂ ਪਿਆ ਵਾ। ਉਹ ਯਾਰ ਅੱਛਾ ਉਹ ਨਾਨ ਤੇ ਚਾਕੂ ਦੋਵੇਂ ਪਏ ਨੇ। ਹਾਂਜੀ ਉਸਤਾਦ ਜੀ ਬੇਸਿਕਲੀ ਉਹਨਾਂ ਕੋਲ ਨਾਨ ਚਾਕੂ ਹੈਗਾ ਸੀ ਘਰ ਦੇ ਵਿੱਚ। ਜਦੋਂ ਕਿਤੇ ਰੋਟੀ ਲੇਟ ਹੋ ਜਾਂਦੀ ਸੀਗੀ, ਮਾਸੀ ਸਾਡੀ ਰੋਟੀ ਨਹੀਂ ਸੀ ਪਕਾ ਕੇ ਘੁਮਾਉਂਦਾ ਸੀਗਾ, ਉਹ ਫਿਰ ਫੌਰਨ ਪੱਕ ਜਾਂਦੀ ਸੀਗੀ। ਉਹ ਫਿਰ ਡਰ ਕੇ ਪਕਾ ਉਦੋਂ ਡਾਂਗ ਫੋਟਾ ਨਹੀਂ ਚੱਲਦਾ, ਨਾਨ ਚਾਕੂ ਚੱਲੇ ਜ਼ਿਆਦਾ। ਹਾਂਜੀ ਉਹ ਨਾਨ ਚਾਕੂ ਵੀ ਉਸਤਾਦ ਜੀ ਮੈਂ ਲੈਮੀਨੇਸ਼ਨ ਕਰਾ ਕੇ ਰੱਖਿਆ ਹੋਇਆ। ਏਡਾ ਉਹ ਨਾਨ ਚਾਕੂ ਇਹਦੇ ਕੋਲ ਪਿਆ ਵਾ, ਦਹੀਂ ਨਾ ਨਾਨ ਚਾਕੂ ਖਾਣ ਲੱਗਾ ਸੀ, ਕਹਿੰਦਾ ਚਲੋ ਖਾ ਡਾਰ ਹੀ ਉਹਦੇ ਵਿੱਚ। ਤੇ ਅੱਬੂ ਨਾ ਕਹਿੰਦੇ ਹੁੰਦੇ ਸੀ ਕਿ ਫੈਸਲੇ ਯਾਰ, ਮੈਨੂੰ ਯਾਦ ਇੱਕ ਨਾ ਰਸਾਲਾ ਪੜ੍ਹਦੇ ਹੁੰਦੇ ਸੀ ਅੱਬੂ। ਹਾਂ ਉਹ ਰਸਾਲਾ ਪੜ੍ਹਦੇ ਸੀ ਉਸਤਾਦ ਜੀ, ਤੇ ਉਹ ਗਵਾਚ ਗਿਆ ਕਿਤੇ ਰਸਾਲਾ। ਓਏ ਤੇ ਅੱਬੂ ਕਹਿੰਦੇ ਮੈਨੂੰ ਰਸਾਲਾ ਚਾਹੀਦਾ।
ਅੰਮੀ ਕਹਿੰਦੇ ਫੈਸਲ ਪੜ ਰਿਹਾ ਸੀਗਾ ਤੇ ਮੈਂ ਕਿਹਾ ਬੂਜੀ ਪਤਾ ਨਹੀਂ ਮੈਂ ਕਿੱਥੇ ਰੱਖ ਦਿੱਤਾ ਹੈ। ਕਹਿੰਦੇ ਯਾਰ ਮੇਰੀਆਂ ਸ਼ਾਮਾਂ ਫੈਸਲ ਸਾਹਿਬ ਤੁਸੀਂ ਕਿਉਂ ਚੁੱਕਦੇ ਹੋ, ਕਿਉਂ ਯਾਨੀ ਕਿ ਤੁਸੀਂ ਚੁੱਕਿਆ ਰਸਾਲਾ ਕਿਹਦੇ ਕੋਲ ਪੁੱਛ ਕੇ। ਅੱਛਾ ਮੈਂ ਅੱਬੂ ਨੂੰ ਕਿਹਾ, ਮੈਂ ਕਿਹਾ ਅੱਬੂ ਜੀ ਫੇਰ ਕੀ ਹੋ ਗਿਆ, ਹੋਰ ਲੈ ਆ ਜਾਏਗਾ ਰਸਾਲਾ ਇਹ। ਉਹ ਕਹਿੰਦੇ ਨਹੀਂ ਫੈਸਲ ਜਿਹੜੀ ਮੇਰੀ ਸ਼ੈਬ ਹੈ ਨਾ ਅਜੇ ਮੈਂ ਮਰ ਗਿਆ ਤੇ ਤੂੰ ਕੀ ਕਰੇਂਗਾ। ਮੈਂ ਕਿਹਾ ਮੈਂ ਸੁੱਟ ਦੇਣੀਆਂ ਨੇ। ਕਹਿੰਦੇ ਅੱਛਾ ਚੱਲ ਠੀਕ ਆ ਫਿਰ। ਤੇ ਮੈਨੂੰ ਉਹ ਗੱਲ ਮੈਨੂੰ ਅੱਜ ਵੀ ਯਾਦ ਉਸਤਾਦ ਜੀ, ਮੈਂ ਕੋਈ ਸ਼ੈ ਨਹੀਂ ਸਿੱਧੀ ਅੱਬੂ ਦੀ। ਹਾਂਜੀ ਫੈਸਲ ਇੰਨੀਆਂ ਚੀਜ਼ਾਂ ਕੀ ਕਰਨੀਆਂ ਨੇ ਰੱਖ ਕੇ। ਉਸਤਾਦ ਜੀ ਯਾਦਗਿਰੀ, ਮੈਂ ਤੁਹਾਨੂੰ ਜੈਨੂਅਨ ਉਸਤਾਦ ਜੀ ਇਹ ਮਜ਼ਾਕ ਦੀ ਗੱਲ ਨਹੀਂ, ਮੈਂ ਮਹਿਸੂਸ ਕਰਦਾ ਵਾਂ ਆਪਣੇ ਅੱਬੂ ਨੂੰ ਮੇਰੇ ਨਾਲ ਹੁੰਦੇ ਨੇ। ਉਹ ਯਾਦਗਿਰੀ ਚ ਉਸਤਾਦ ਜੀ, ਯਾਦਗਿਰੀ ਚ ਕੋਈ ਇੱਕ ਦੀ ਸ਼ੈ ਹੁੰਦੀ, ਪਾਉਣਾ ਪਰ ਤੇ ਘਰ ਪਿਆ ਵਾ, ਉੱਪਰ ਕੀ ਦਿਖਾਉਣਾ ਵਾ। ਓਏ ਉੱਪਰ ਮਾਲ ਲੈ ਕੇ ਜਾਂਦਾ ਬੰਦਾ ਸ਼ੈਮਾ ਤੇ ਅਮਾਲ ਵੀ ਘਰ ਹੀ ਕਿਤੇ ਪਏ ਹੋਣੇ, ਤਾਂ ਤਲਾਸ਼ੀ ਲੈ ਲਾ, ਤੁਸੀਂ ਉਹ ਵੀ ਖਿੱਚਣੇ ਹੋਣੇ ਆ। ਤੇ ਬਾਨਾ ਛਾਪਰ ਵੀ ਟੰਗਿਆ ਰਹਿ ਗਿਆ ਹੁਣ। ਹਾਂ ਇੱਕ ਤੇ ਮੋਟਰਸਾਈਕਲ ਤੇ ਇਕੱਲੇ ਜਾਣ ਦੇ ਬਾਰਡਰ ਨੂੰ ਦੇ ਕੇ ਪਿੱਛੇ ਮੁੜ ਕੇ ਮੈਂ ਕਿਹਾ, ਕਹਿੰਦਾ ਅੱਬੂ ਜੀ ਨਾਲ ਡਬਲ ਸਵਾਰੀ ਦਾ ਚਲਾਨ ਹੀ ਨਾ ਹੋ ਜਵੇ। ਮੈਂ ਉਹ ਖੁਦਾ ਦੇ ਬੰਦਿਓ, ਉਹ ਮੈਨੂੰ ਤਾਂ ਲੱਗਦਾ ਉੱਪਰੋਂ ਵੀ ਜਾ ਕੇ ਤੁਹਾਨੂੰ ਪੈਸੇ ਭੇਜਣੇ ਹੋਣੇ। ਉੱਤੇ ਕਿਤੇ ਪਾਰਟ ਟਾਈਮ ਕੰਮ ਕਰਦੇ ਹੋਣੇ ਵੀ ਯਾਰ ਮੇਰੇ ਪੁੱਤਰ ਨਾਲ ਸਰਜਵੇ ਹੱਥ ਲਾ ਲਈ ਆ। ਭਾਈ ਫੈਸਲਾ ਇੰਜ ਕਿਉਂ ਕਰਦਾ? ਸਾਰੀਆਂ ਸ਼ਾਮਾਂ ਤੁਸੀਂ ਰੱਖੀਆਂ, ਦੱਸੋ ਯਾਰ ਤੁਹਾਡੇ ਕੀ ਇਸ ਕੰਮ ਆ? ਦੱਸੋ ਫੈਸਲ ਮੇਰੇ ਹਿਸਾਬ ਨਾਲ ਫੈਸਲ ਤੂੰ ਨਾ ਉਹਨਾਂ ਦੀ ਇੱਕ ਲੈਦਾ ਇੱਕ ਰੂਮ ਬਣਾ ਲਾ, ਨਹੀਂ ਸੱਚੀ ਯਾਦਗਾਰੀ ਇੱਕ ਰੂਮ ਬਣਾ ਲਾ, ਰੂਮ ਦੇ ਵਿੱਚ ਉਹਨਾਂ ਦੀ ਹਰ ਚੀਜ਼ ਬਣਾ ਕੇ ਨਾ ਲਾ ਦੇ। ਉਹ ਰੂਮ 'ਚ ਹੀ ਹੈ ਨਾ ਉਸਤਾਦ ਜੀ, ਰੂਮ ਉਹਨਾਂ ਦਾ ਅਲੱਗ। ਉਹ ਜਿਸ ਤਰ੍ਹਾਂ ਗਏ ਸੀ ਉਂਝ ਹੀ ਬੈੱਡ ਤੇ ਉਸਤਾਦ ਜੀ ਚਾਦਰ ਵਿਛੀ ਹੋਈ ਹੈ, ਤਕੀਏ 2 ਪਏ ਨੇ। ਹਾਂ ਉਸਤਾਦ ਜੀ ਯਸ਼ੀਕਾ ਦਾ ਕੈਮਰਾ। ਕਿਹਦਾ? ਯਸ਼ੀਕਾ ਦਾ। ਚੀਕਾ ਦਾ ਹੀ ਕਹਿ ਲਓ। ਉਹ ਜਸ਼ੀਕਾ ਕੇ ਉਹ ਕੋਡਕ ਫਿਲਮ ਉਹਦੇ 'ਚ ਪੈਂਦੀ ਸੀ ਉਸਤਾਦ ਜੀ। ਹਾਂ ਕੋਡਿਕ ਦਾ ਉਹ ਕੈਮਰਾ, ਉਹਦੇ ਵਿੱਚੋਂ ਖਿੱਚ ਕੇ ਨਾਲ ਹੀ ਤਸਵੀਰ ਵੀ ਬਾਹਰ ਆ ਜਾਂਦੀ ਸੀ ਥੱਲਿਓ। ਉਸਤਾਦ ਜੀ ਉਹ ਕੈਮਰਾ ਵੀ ਮੇਰੇ ਕੋਲ ਪਿਆ ਹੋਇਆ ਜੀ। ਹਾਏ ਹਾਂ ਅੱਛਾ ਉਹ ਸੱਚੀ ਗੱਲ ਇਹ ਹੈ ਕਿ ਉਹ ਕੈਮਰਾ ਮੇਰੇ ਕੋਲ ਵੀ ਪਿਆ, ਮੇਰੇ ਅੱਬੂ ਦਾ ਅੱਜ ਵੀ ਅੱਛਾ ਜੀ ਕੋਡਿਕ ਦਾ। ਉਸਤਾਦ ਜੀ, ਅੱਛਾ ਤੇ ਹੋਰ ਕੀ ਯਾਰ ਕੀ ਮੈਂ ਗੱਲ ਉਸਤਾਦ ਕਰ ਜੀ? ਰਿਹਾ ਉਹਦੀ ਤਸਵੀਰ ਖਿੱਚੋ ਨਾ ਤੇ ਉਹਦੀ ਥੱਲਿਓ ਹੀ ਤਸਵੀਰ ਬਾਹਰ ਆ ਜਾਂਦੀ ਸੀ। ਹਾਂਜੀ ਕਿ ਮੁੜ ਕੇ ਸਕਾ ਕੇ ਇੰਜ ਦੇਖਦੇ ਹੁੰਦੇ ਸੀ। ਉਸਤਾਦ ਜੀ ਉਹ ਕੈਮਰਾ ਅੱਜ ਵੀ ਮੇਰੇ ਕੋਲ ਪਿਆ ਹੋਇਆ ਹੈ ਤੇ ਸਹੀ ਹੈ। ਅੱਛਾ ਵੀਸੀਪੀ ਪਿਆ ਹੈ ਅੱਬੂ ਦਾ। ਕੀ ਪਿਆ? ਵੀਸੀਪੀ VCR ਇੱਕ ਈਸੀਆਰ ਹੁੰਦਾ ਸੀ, ਇੱਕ ਵੀਸੀਪੀ ਹੁੰਦਾ ਸੀਗਾ। ਨਹੀਂ VCR ਤੇ VCP ਹੁੰਦਾ ਸੀ। ਆਹੋ ਉਹ ਵੀ ਪਿਆ ਹੋਇਆ ਅੱਬੂ ਦਾ। ਤੁਸੀਂ ਮੈਨੂੰ ਦੱਸਣਾ ਉਹ ਕੈਮਰਾ ਜਿਹੜਾ ਤੁਹਾਡੇ ਕੋਲ ਪਿਆ ਹੈ, ਤੁਹਾਡੀ ਕੀ ਫੀਲਿੰਗ ਹੁੰਦੀ ਉਹ ਕੈਮਰਾ ਵੇਖ ਕੇ? ਉਹਨੂੰ ਕਿੰਨਾ ਕੁ ਚੁੰਮਦੇ ਹੋਵੋਗੇ ਤੁਸੀਂ? ਨਹੀਂ ਮੈਂ ਐਡਾ ਚੁੰਮਦਾ ਨਹੀਂ ਕੈਮਰਾ, ਮਤਲਬ ਕਿ ਅੱਲਾ ਮਾਫੀ ਦੇਵੇ। ਇਹਨਾਂ ਨੇ ਕੈਮਰਾ ਬਹੁਤ ਚੁੰਮਿਆ, ਇਹਨਾਂ ਚੁੰਮਿਆ ਝਰੀਟਾਂ ਪਾਤੀਆਂ, ਲੈਂਸ ਨਾਲੋਂ ਚੁੰਮਦੇ ਰਹੇ। ਨਹੀਂ ਐਡਾ ਨਹੀਂ ਵੀ ਮੈਂ ਚੁੰਮਾ ਚੱਟਾ, ਮਤਲਬ ਕੈਮਰੇ ਦੇ ਨਾਲ ਕੈਮਰਾ ਪਿਆ, ਉਹਨਾਂ ਦੀ ਨਿਸ਼ਾਨੀ ਆ, ਉਹਨਾਂ ਦੀ ਯਾਦ ਆ ਬਸ। ਹੋਰ ਬੜੀਆਂ ਚੀਜ਼ਾਂ ਪਈਆਂ ਨੇ, ਸਿਗਰਟਾਂ ਦੀ ਡੱਬੀ ਮੈਨੂੰ ਵੀ ਮਤਲਬ ਉਹਨਾਂ ਦੀ ਜਦੋਂ ਫੌਤ ਹੋਏ ਨਾ, ਜਿਸ ਕਮਰੇ 'ਚ ਬੈਠੇ ਸੀ ਉੱਥੇ ਸਿਗਰਟਾਂ ਦੀ ਡੱਬੀ ਮਾਚਸ ਪਈ ਸੀ ਉੱਤੇ, ਲੇਕਿਨ ਉਹ ਇਦਾਂ ਨਹੀਂ ਮੈਂ ਕੀਤਾ ਵੀ ਮੈਂ ਉਹਨੂੰ ਲੈਮੀਨੇਸ਼ਨ ਕਰਾ ਕੇ ਰੱਖ ਲਿਆ ਹੋਵੇ। ਦੂਸਰੀ ਗੱਲ ਹੈ ਉਹਨਾਂ ਦੀ ਰੇਡੀਓ ਸੀ, ਉਹਨਾਂ ਦੇ ਮਤਲਬ ਜੁੱਤੀ ਸੀ, ਉਹਨਾਂ ਦਾ ਮਤਲਬ ਬੜੀਆਂ ਚੀਜ਼ਾਂ ਸੀ, ਲੇਕਿਨ ਇਹ ਨਹੀਂ ਵੀ ਮੈਂ ਮੌਕੇ ਵੀ ਲਾ ਲਏ, ਨਾਖੂਨ ਵੀ ਲਾ ਲਏ, ਮੈਂ ਮਤਲਬ ਭਰਵੱਟੇ ਵੀ ਲਾ ਲਏ, ਵਾਲ ਵੀ ਲਾ ਲਏ। ਨਹੀਂ ਮੈਂ ਕਦੋਂ ਗਿਆ ਲਾ ਲੇ। ਤੇ ਉਹ ਬਾਂਸ ਵੀ ਇੱਕ ਸੀਗਾ ਪਿਆ, ਤੁਸੀਂ ਦੱਸਣ ਦੇ ਬਾਂਸ। ਅੱਛਾ ਹਾਂ ਬਾਂਸ ਕਾਹਦੇ ਲਈ? ਗੁੱਡੇ ਲੁੱਟਦੇ ਸੀ ਮੇਰੇ ਅੱਬੂ। ਨਹੀਂ ਉਹਦੇ ਤੇ ਗੱਟਾ ਲਾ ਕੇ ਵੇਚਦੇ ਸੀਗੇ। ਉਹ ਯਾਰ ਬਾਂਸ ਤੋਂ ਮੁਰਾਦ ਇੱਕ ਘਰ ਦੇ ਵਿੱਚ ਚੀਜ਼ਾਂ ਪਈਆਂ ਹੁੰਦੀਆਂ ਤੂੰ ਅੱਬੂ ਨੇ ਲਈਆਂ ਹੁੰਦੀਆਂ ਨਾ ਯਾਰ। ਹਾਂਜੀ ਆਹੋ ਇਦਾਂ ਦੇ ਹਰ ਚੀਜ਼ ਅੱਬੂ ਦੀ ਹੁੰਦੀ ਯਾਰ। ਘਰ ਦੇ ਵਿੱਚ ਅਗਰ ਫ੍ਰਿਜ ਪਈ ਆ ਤੇ ਉਹ ਵੀ ਅੱਬੂ ਦੀ ਆ, ਲੇਕਿਨ ਫੈਸਲ ਗੱਲ ਕਰ ਰਿਹਾ ਜਿਹੜੀਆਂ ਖਾਸ ਪਰਸਨਲ ਚੀਜ਼ਾਂ ਅੱਬੂ ਦੇ ਇਸਤੇਮਾਲ 'ਚ ਸੀ ਉਹਨਾਂ ਦੀ ਗੱਲ ਕਰ ਰਿਹਾ। ਉਸਤਾਦ ਜੀ ਮਜੂਨ ਮੇਰੇ ਕੋਲ ਅੱਜ ਵੀ ਪਈ ਹੈ ਅੱਬੂ ਦੀ, ਹਾਂਜੀ ਤਾਕਤ ਵਾਲੀ। ਬੜਾ ਆਏ ਹਾਏ ਉਹ ਵਿਚਾਰੇ ਮੰਗਦੇ ਰਹੇ ਫੈਸਲ ਪਹੁੰਚਾਉਣ ਦੇ ਵੀ ਸੇਨ ਸੈੱਟ ਕਹਿੰਦਾ ਨਹੀਂ ਮੈਂ ਸੰਭਾਲਤੀ ਹੈ ਨਿਸ਼ਾਨੀ ਕਰ। ਤਾਂ ਜੀ ਉਹ ਮਜੂਨ ਇਦਾਂ ਦੀ ਆ, ਤੁਸੀਂ ਰੈਕਲੇ 'ਚ ਪਾ ਕੇ ਰੈਕਲਾ ਵੀ ਚਲਾ ਸਕਦੇ ਜੀ। ਰੈਕਲਾ ਵੀ ਚੱਲ ਜਾਂਦਾ ਉਹਨਾਂ। ਆ ਕੈਸੀ ਗੱਲ ਆ ਕਿ ਇਹ ਅੱਬੂ ਦੀ ਤਾਕਤ ਵਾਲੀ ਮਜੂਨ ਸੀ ਤੇ ਉਹਨਾਂ ਦੀ ਜ਼ਿੰਦਗੀ 'ਚ ਹੀ ਗੈਪ ਕਰ ਲਈ, ਸੰਭਾਲ ਲਈ, ਤੇ ਉਹ ਵਿਚਾਰੇ ਕਮਜ਼ੋਰੀ 'ਚ ਖੈਰ ਫੈਸਲ ਮੇਰੀ ਮਜੂਨ ਤੇ ਦੇ ਦੇ, ਕਹਿੰਦਾ ਨਹੀਂ ਅੱਬੂ ਜੀ ਤੁਹਾਡੀ ਨਿਸ਼ਾਨੀ ਹੈ ਮੈਂ ਸੰਭਾਲੀ। ਅੱਲਾਹ ਪਾਕ ਫੈਸਲ ਤੇਰੇ ਵਾਲਦ ਸਾਹਿਬ ਨੂੰ ਗਰੀਕੇ ਰਹਿਮਤ ਕਰੇ ਇਨਸ਼ਾਅੱਲਾ। ਜਿੰਨਾ ਤੂੰ ਲੋਕਾਂ ਨੂੰ ਸਹਾਰਿਆ, ਜਿੰਨੇ ਤੇਰੀ ਵਜ੍ਹਾ ਤੋਂ ਲੋਕ ਖੁਸ਼ ਨੇ, ਜਿੰਨੇ ਲੋਕ, ਕਿਉਂਕਿ ਇਹੀ ਸਦਕਾ ਜਾਰੀਆ ਹੁੰਦਾ ਜਿਹੜਾ ਤੁਸੀਂ ਪਿੱਛੇ ਭੇਜਦੇ ਹੋ। ਤੇਰੀ ਵਜ੍ਹਾ ਤੋਂ ਪਤਾ ਨਹੀਂ ਕਿੰਨੇ ਲੋਕ ਮੁਸਕਰਾਉਂਦੇ ਨੇ, ਕਿੰਨਾ ਦੁਆਵਾਂ ਤੇਰੇ ਵਾਲਦ ਸਾਹਿਬ ਵਾਸਤੇ ਕਰਦੇ ਨੇ, ਸਾਡੇ ਸਾਰਿਆਂ ਵਾਸਤੇ ਹੀ ਬਲਕਿ। ਤੇ
ਇਨਸ਼ਾਅੱਲਾ ਉਮੀਦ ਹੈ ਕਿ ਉਹ ਬਹੁਤ ਅੱਛੇ ਮਤਲਬ ਖੁਸ਼ ਹੁੰਦੇ ਹੋਣਗੇ ਯਾਰ ਮੇਰਾ ਬੱਚਾ ਐਸਾ ਕੰਮ ਕਰ ਰਿਹਾ ਜਿਹਦੇ ਨਾਲ ਪਤਾ ਨਹੀਂ ਕਿੰਨੇ ਹਜ਼ਾਰਾਂ ਲੱਖਾਂ ਲੋਕ ਜਿਹੜੇ ਨੇ ਉਹ ਆਪਣੇ ਦੁੱਖ ਟੈਨਸ਼ਨਾਂ ਭੁੱਲਦੇ ਪਏ ਨੇ। ਇੰਜ ਕਰਕੇ ਨਾਰਾਇਣਗੜ੍ਹ ਗਏ ਆ, ਅੱਬੂ ਦੀ ਯਾਦ ਆਈ, ਕਹਿੰਦੇ ਪਾਪਾ, ਪਿੱਛੋਂ ਕੋਈ ਸਿਆਣਾ ਬਜ਼ੁਰਗ ਨਿਕਲਦਾ, ਬੇਟਾ ਬੇਟਾ ਬੇਟਾ। ਕਹਿੰਦਾ ਚਾਚੂ ਮੈਂ ਤੁਹਾਨੂੰ ਨਹੀਂ ਕਹਿ ਰਿਹਾ। ਫੈਸਲ, ਸਭ ਤੋਂ ਜ਼ਿਆਦਾ ਤੇਰੇ ਅੱਬੂ ਦੀ ਕਿਹੜੀ ਚੀਜ਼ ਐਸੀ ਹੈ ਜਿਹੜੀ ਮਤਲਬ ਕਿ ਤੂੰ ਅੱਜ ਤੱਕ ਸੰਭਾਲ ਕੇ ਰੱਖੀ ਹੈ? ਰਜਿਸਟਰੀ ਹੈ ਉਸਤਾਦ ਜੀ। ਨਹੀਂ ਸੰਭਾਲ ਕੇ ਰੱਖੀ ਤਾਂ ਮਰਾਦ, ਸੰਭਾਲ ਕੇ ਤਾਂ ਸਾਰਾ ਕੁਝ ਰੱਖਿਆ, ਮਤਲਬ ਜਿਹੜੀ ਬਹੁਤ ਜ਼ਿਆਦਾ ਹੀ ਤੂੰ ਰੱਖੀ ਹੈ। ਅੱਛਾ, ਉਹ ਰਜਿਸਟਰੀ ਹੈ। ਅੱਛੀ ਬਾਤ ਹੈ। ਹਾਂਜੀ ਠੀਕ ਸਹੀ ਹੈ। ਉਸੇ ਚੱਕਰ 'ਚ ਤਾਂ ਨਹੀਂ ਕਿਤੇ ਟਾਈਮ ਤੋਂ ਪਹਿਲਾਂ ਹੀ ਭੇਜਤਾ ਉੱਤੇ? ਉਹੀ ਨਹੀਂ ਉਸਤਾਦ ਜੀ। ਉਸਤਾਦ ਜੀ, ਚਾਚਾ ਜੀ ਦੇ ਹਲੇ 5-7 ਸਾਲ ਉਮਰ ਹੋਰ ਪਈ ਸੀਗੀ, ਉਹਨੇ ਕਿਹਾ ਯਾਰ ਹਾਸ਼ੇ ਲਵਾ ਲਈ, ਮੇਰਾ ਹੁਣ ਤੇ ਕੀ, ਉਹ ਚਲੇ ਗਏ। ਕਿਉਂਕਿ ਮੇਰੇ ਇੱਥੇ ਕੀ ਰਹਿ ਗਿਆ, ਹੁਣ ਹਾਸ਼ੇ ਤਾਂ ਲਵਾ ਲਈ। ਮੈਂ ਉਸਤਾਦ ਜੀ 2 ਪੀਸ ਪਏ ਨੇ ਉਸਤਾਦ ਜੀ, ਉਹ 2 ਪੀਸ ਉਹ ਸੇਫ ਦੇ ਵਿੱਚ ਟੰਗੇ ਨੇ ਮੈਂ ਅੱਬੂ ਦੇ। ਹਾਂ ਤੇ ਮੈਨੂੰ ਇੰਜ ਲੱਗਦਾ ਕਿ ਅੱਬੂ ਵਿੱਚ ਹੈਗੇ ਨੇ ਉਹਨਾਂ 2 ਪੀਸ ਦੇ ਵਿੱਚ। ਹਲੋ ਜੀ, ਬਸ ਭਾਈ ਤੁਸੀਂ ਫੋਲ ਕੇ ਦੇਖੋ, ਅੱਬੂ ਵਿੱਚ ਹੈਗੇ ਆ। ਨਹੀਂ, ਮੈਨੂੰ ਇੰਜ ਲੱਗਦਾ ਕਿ ਉਹ ਆ ਜਾਣਗੇ ਮੇਰੇ ਸਾਹਮਣੇ 2 ਪੀਸ ਪਾ ਕੇ। ਹਾਂਜੀ, ਹਫਤੇ ਬਾਅਦ ਮਾਰੀ ਖੋਲੋ, ਕਹਿੰਦੇ ਅੱਬੂ ਜੀ 2 ਪੀਸ ਲਾ ਦੋ, ਧੋਣਾ ਵਾ। ਅਲਮਾਰੀ ਖੋਲ ਕੇ ਕਹੂਗਾ ਅੱਬੂ ਜੀ 500 ਰੁਪਇਆ ਦੇਣਾ, ਤੇ ਤੂੰ ਤੁਸੀਂ ਜੇਬ 'ਚ ਪੈਸੇ ਕੱਢ ਦਿੱਤਾ। ਇੱਕ ਦਿਨ ਇੱਕਦਮ ਅਲਮਾਰੀ ਖੋਲੀ ਤੇ ਨਾਲ ਹੀ ਕਹਿੰਦਾ ਓਹੋ ਅੱਬਾ ਜੀ ਦੱਸੋ ਤਾਂ ਸਹੀ ਨਾ, ਤੁਸੀਂ 2 ਪੀਸ ਬਦਲਣ ਦਾ। ਫੈਸਲ, ਤਸਵੀਰ ਨਹੀਂ ਹੈਗੀ ਕੋਈ ਅੱਬੂ ਦੀ? ਹਾਂਜੀ ਉਸਤਾਦ ਜੀ ਹੈਗੀ ਹੈ। ਯਾਰ ਉਹ ਤੇ ਦਿਖਾ ਯਾਰ ਕਦੀ ਸਾਨੂੰ। ਉਸਤਾਦ ਜੀ ਮੈਨੂੰ ਦੇਖ ਲਓ, ਮੇਰੇ ਅੱਬੂ ਨੂੰ ਵੇਖ ਲਓ, ਇੱਕੋ ਹੀ ਆ। ਉਸਤਾਦ ਜੀ, ਇਹਨਾਂ ਦੇ ਵਾਲਦ ਸਾਹਿਬ ਨੂੰ ਬੋਲ ਬੜਾ ਪਸੰਦ ਸੀ, ਉੱਥੇ ਅਮਲਾ ਦੇ ਹੋਣੇ ਨੇੜੇ, ਕਿਸੇ ਨੇ ਤੇਰੀ ਜ਼ਾਤ ਕੁਛ ਨਹੀਂ। 64 GB 'ਚ ਉਹੀ ਬੋਲ ਭਰਾਇਆ ਕਿ ਕਵਾਲੀ ਭਰਾਈ ਨਹੀਂ। ਕਹਿੰਦੇ ਸਿਰੇ ਇਹਨਾਂ ਬੋਲ ਹੀ ਪਸੰਦ ਸੀ ਅੱਬੂ ਨੂੰ। ਨਹੀਂ ਫੈਸਲ, ਉਹਨਾਂ ਦੀ ਕਦੋਂ ਕਾਮਤ ਮਤਲਬ ਜਿਸਾਮਤ ਕੈਸੀ ਤੇਰੇ ਵਾਂਗੂ ਸੀ? ਹਾਂਜੀ ਉਸਤਾਦ ਜੀ। ਸਭ ਤੋਂ ਜ਼ਿਆਦਾ ਤੁਹਾਡੇ ਚੋਂ ਕਿਹੜਾ ਭਰਾ ਜਿਹੜਾ ਬਿਲਕੁਲ ਅੱਬੂ ਵਰਗਾ ਲੱਗਦਾ ਸਭ ਤੋਂ ਜ਼ਿਆਦਾ? ਮੈਂ ਤੇ ਸ਼ਹਜ਼ਾਦ 2 ਭਰਾ, ਅਸੀਂ ਦੋਵੇਂ ਯਾਨੀ ਕਿ ਅੱਬੂ ਵਰਗੇ ਲੱਗਦੇ। ਅੱਛਾ ਜੀ, ਪਿੱਛੇ ਇੱਕ ਭਰਾ ਰਹਿ ਗਿਆ, ਉਹ 2 ਗੁੱਡੂ ਤੇ ਪੂਮਾ। ਤਾਂ ਜੀ ਪਹਿਲੇ ਉਹਨਾਂ ਦੀ ਸਿਹਤ ਇੰਨੀ ਸੀਗੀ, ਜਦੋਂ ਇਹਨਾਂ ਨੇ ਸਮਾਨ ਲਾ ਲਿਆ ਉਦੋਂ ਕਮਜ਼ੋਰ ਹੋ ਗਏ ਸੀ ਥੋੜੇ। ਫੈਸਲ, ਕਿੰਨੀ ਉਮਰ ਸੀ ਤੇਰੀ ਜਦੋਂ ਫੌਤ ਹੋਏ? ਜਦੋਂ ਵਾਲਦ ਸਾਹਿਬ ਫੌਤ ਹੋਏ ਉਹਨਾਂ ਦੀ 40 ਹਵਾ ਸੀਗੀ। ਓਏ ਉਮਰ ਯਾਰ ਉਸਤਾਦ ਜੀ ਮੇਰੇ ਉਹ ਦੱਸੋ। ਮੇਰੇ ਬੱਚੇ ਹੈਗੇ ਸਨ 3 ਹੀ। ਤਾਂ ਜੀ ਅੱਛਾ ਮਾਸ਼ਾਅੱਲਾ। 8 ਤੇ ਅੱਛਾ, ਤੇ ਕਿਹੜੇ ਸਾਲ 'ਚ ਫੌਤ ਹੋਏ ਨੇ? ਉਸਤਾਦ ਜੀ 2013 'ਚ ਮੇਰਾ ਖਿਆਲ ਫੌਤ ਹੋਏ ਸਨ। ਨਾਲੇ 8 ਸਾਲ ਕਹਿ ਰਹੇ, 15 ਬਣਦੀ। ਹਾਂ, 13 10 23 24 10 11 ਸਾਲ ਹੋ ਗਏ। ਓਏ ਹੋਏ। ਲੇਕਿਨ ਉਸਤਾਦ ਜੀ ਅੱਜ ਵੀ ਉਹਨਾਂ ਦੀ ਯਾਦ ਤਾਜ਼ਾ ਹੈ। ਅੱਜ ਵੀ ਉਹਨਾਂ ਨੂੰ ਯਾਦ ਕੀਤਾ ਜਾਂਦਾ, ਡੇਲੀ ਯਾਦ ਕੀਤਾ ਜਾਂਦਾ, ਡੇਲੀ ਉਹਨਾਂ ਦਾ ਨਾਮ ਲਿਆ ਜਾਂਦਾ, ਡੇਲੀ ਉਹਨਾਂ ਲਈ ਦੁਆ ਕੀਤੀ ਜਾਂਦੀ ਹੈ। ਬਰਸੀ ਮਨਾਉਂਦੇ ਆ ਉਸਤਾਦ ਜੀ, ਉਹਨਾਂ ਦੇ ਨਾਂ ਦੀ ਬਰਸੀ। ਜਿੱਦਣ ਬਰਸੀ ਹੁੰਦੀ ਸਾਰੇ ਭਰਾ ਡਾਕੂ ਵਾਲੇ ਕੱਪੜੇ ਪਾ ਕੇ ਲੋਕਾਂ ਦੇ ਚੀੜਾ ਲਾਉਂਦੇ ਆ ਉਹਨਾਂ ਦੀ ਯਾਦ 'ਚ। ਤਾਂ ਜੀ ਇੱਕ ਦਿਨ ਇਹਨਾਂ ਦੇ ਖਾਬ 'ਚ ਇਹਨਾਂ ਦੇ ਅੱਬੂ ਆ ਗਏ, ਤੇ ਖਾਬ 'ਚ ਵੀ ਸ਼ੈਵਾਂ ਲਾਉਂਦੇ ਉਹਨਾਂ ਦੀ। ਯਾਰ ਕੀ ਖਾਬ ਯਾਰ 'ਚ ਕਸਮ। ਖਾਬ 'ਚ ਵਾਲਦ ਸਾਹਿਬ ਕਹਿੰਦੇ ਦੂਰ ਖਲੋ ਕੇ ਗੱਲ ਕਰਨ ਦੇ, ਕਹਿੰਦੇ ਅੱਬੂ ਲੱਗ ਗਿਆ, ਕਹਿੰਦੇ ਮੈਨੂੰ ਪਤਾ ਤੁਸੀਂ ਕੋਈ ਸ਼ੈ ਲਾ ਲੜੀ ਹੈ। ਆਫਟਰ ਦੈਥ ਨਾ ਅੱਬੂ ਜਦੋਂ ਫੌਤ ਹੋਏ ਨੇ, ਮੈਨੂੰ ਯਾਦ ਹੈ ਕਿ ਜਦੋਂ ਅੱਬੂ ਫੌਤ ਹੋਏ ਨਾ ਤੇ 8 ਦਿਨ ਬਾਅਦ ਨਾ ਇੱਕ ਬੰਦਾ ਆਇਆ ਦੋਸਤ, ਤੇ ਉਹਨੇ ਨਾ ਮੈਨੂੰ ਪੈਸੇ ਦਿੱਤੇ। ਉਸਤਾਦ ਜੀ ਉਹਨੇ ਕਿਹਾ ਕਿ ਬੇਟਾ ਇਹ ਰਾਮੇ ਸਾਹਿਬ ਨੂੰ ਦੇ ਦੇਣਾ। ਮੈਂ ਕਿਹਾ ਇਹ ਕਾਹਦੇ ਨੇ? ਕਹਿੰਦੇ ਮੈਂ ਉਹਨਾਂ ਕੋਲੋਂ ਪੈਸੇ ਲਏ ਸਨ, ਇਹ ਯਾਰ ਉਹਨਾਂ ਨੂੰ ਦੇ ਦੇਣਾ ਤੇ ਸ਼ੁਕਰੀਆ ਅਦਾ ਕਰ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਅੰਕਲ ਜੀ ਉਹਨਾਂ ਦੀ ਤੇ ਡੈਥ ਹੋ ਗਈ, ਤੇ ਉਹ ਹੁਣ ਵਿਚਾਰਾ ਬੜਾ ਇਮੋਸ਼ਨਲ ਹੋਇਆ। ਕਹਿੰਦਾ ਯਾਰ ਮੈਂ ਸ਼ਹਿਰੋਂ ਬਾਹਰ ਗਿਆ ਸੀ, ਮੈਨੂੰ ਪਤਾ ਨਹੀਂ ਲੱਗਾ। ਤੇ ਫਿਰ ਉਹਨੇ ਦੁਆ ਕੀਤੀ। ਕਹਿੰਦੇ ਖੈਰ ਫਿਰ ਮੈਂ ਉਹਨਾਂ ਨੂੰ ਦਾਂਗਾ, ਕੋਈ ਨਹੀਂ। ਨਹੀਂ 5000 ਰੁਪਏ ਮੈਂ ਰੱਖ ਲਿਆ ਸੀਗਾ। ਅੱਛਾ, ਤੁਸੀਂ ਰੱਖ ਲਿਆ ਸੀ? ਹਾਂ ਮੈਂ ਤੈਨੂੰ ਜੈਨ ਕਿ ਭਲੇ ਕੀਤੇ। ਇਹ ਤਾਂ ਕੈਸੀ ਗੱਲ ਆ ਕਿ ਉਹਨੇ 5000 ਫੜਾਇਆ ਤੇ ਇਹਨੇ ਕਿਹਾ ਜੀ ਉਹ ਤੇ ਫੌਤ ਹੋ ਗਏ ਨੇ, ਤੇ ਉਹਨੇ ਫੜ ਲਿਆ, ਉਹਨੇ ਕਿਹਾ ਫਿਰ ਮੈਂ ਆਪ ਹੀ ਦੇ ਦਾਂਗਾ, ਦੇ ਦਿਓ। ਉਹਨੇ ਕਿਹਾ ਮੈਂ ਆਪ ਹੀ ਦਾਂਗਾ ਉਹਨਾਂ ਨੂੰ। ਮੈਂ ਉਸਤਾਦ ਜੀ ਫਿਰ ਘਰ ਚਲਾ ਗਿਆ, ਮੈਂ ਬੜਾ ਪਰੇਸ਼ਾਨ ਹੋਇਆ ਕਿ ਯਾਰ ਕਿਉਂ ਅੱਬੂ ਚਲੇ ਗਏ। ਜਦੋਂ ਉਸਤਾਦ ਜੀ ਗਏ ਇੰਝ ਲੱਗਾ ਕਿ ਸਭ ਕੁਝ ਗਿਆ। ਹਾਂਜੀ, ਘਰ ਜਾ ਕੇ ਪਰੇਸ਼ਾਨ ਹੋਏ, ਕਹਿੰਦੇ ਜਦੋਂ ਅਸੀਂ ਮੰਗਦੇ ਸੀਗੇ 1 ਰੁਪਿਆ ਨਹੀਂ ਦਿੰਦੇ, ਲੋਕਾਂ ਨੂੰ ਦੇਈ ਜਾਂਦੇ। ਠੀਕ ਹੈ, ਅਗਲੇ ਦਿਨ ਸਵੇਰੇ ਦਾ 8 ਦਾ ਟਾਈਮ ਉਸਤਾਦ ਜੀ ਦਰਵਾਜ਼ਾ ਖੜ ਗਿਆ ਮੇਰਾ।
ਤੇ 2 ਬੰਦੇ ਆਏ ਨੇ, ਉਹਨਾਂ ਨੇ ਨਾ 10,000 ਜਾਂ 15,000 ਰੁਪਏ ਸੀਗਾ, ਕਹਿੰਦੇ ਯਾਰ ਰਾਮੇ ਸਾਹਿਬ ਨੂੰ ਦੇ ਦੇ। ਜਾਲੀ ਦੇ ਗਏ ਸੀਗੇ। ਮੈਂ ਕਿਹਾ ਇਹ ਕਾਹਦੇ ਨੇ ਭਾਏ? ਕਹਿੰਦੇ ਯਾਰ ਅਸੀਂ ਧਾਰੇ ਲਏ ਸੀਗੇ। ਕਾਲੂ ਕਿੱਡਾ ਨੈਸ਼ ਆ, ਕਹਿੰਦਾ 10-15,000 ਰੁਪਏ ਉਹਨਾਂ ਨੇ ਪੜਾਇਆ। ਉਹਨੇ ਕਿਹਾ ਕਾਹਦੇ? ਤੇ ਕਾਲੂ ਕਹਿੰਦਾ ਉਹਨੇ ਕਿਹਾ ਯਾਰ ਇਹ ਜਾਲੀ ਦੇ ਗਏ ਸੀ, ਇਹ ਚੇਂਜ ਕਰ ਦੇ। ਉਹ ਜਾਲੀ ਦੇ ਗਏ ਸੀਗੇ। हाँ, जो पता लगा ना 2-3 बंदे पैसे देना है, अब्बू ते बाहर लेके लाता। हमारे अब्बू के वाजिब अदा करने की आखिरी तारीख 31 तारीख है। ਨਹੀਂ ਜੀ, ਜਿੱਦਾਂ ਪੈਸੇ ਦੇਣ ਆਏ ਨਾ ਚਲੇ ਕਰਦੇ ਰਾਮੇ ਉਖਵਤ ਨਾ ਰੱਖ ਲਿਆ। ਨਹੀਂ 15 ਯਾਰ ਫੈਸਲ ਇੰਨੇ ਪੈਸੇ ਅੱਬੂ ਦਿੰਦੇ ਸੀ, ਮਤਲਬ ਕੀ ਗੱਲ ਸੀ? ਮੈਂ ਉੱਥੇ ਬਕਾਇਦਾ ਅੱਲਾ ਜਾਣਦਾ ਉਸਤਾਦ ਜੀ, ਮੈਂ ਐਲਾਨ ਕਰਾਇਆ ਸੀ ਕਿ ਅਗਰ ਕਿਸੇ ਨੇ ਕੋਈ ਲੈਣਾ ਦੇਣਾ ਹੈਗਾ ਉਹ ਮੇਰੇ ਨਾਲ ਰਾਬਤਾ ਕਰੇ। नहीं, ਉਹ ਫਿਰ ਬੰਦੇ ਸਾਹ ਜੀ ਲੈਣ ਵਾਲੇ ਰਾਬਤਾ ਕਰਨ ਲੱਪੇ, ਕਹਿੰਦੇ ਜਿਹੜੇ ਜਨਾਜ਼ੇ ਤੇ ਆਏ ਸੀ ਉਹਨਾਂ ਨੂੰ ਦੇਣਾ ਬਸ। ਇਹਨਾਂ ਦੇ ਲਾਲ ਕਰਾ ਕਿਸੇ ਨੇ ਕੋਈ ਦੇਣਾ ਹੈ ਤੇ ਮੈਨੂੰ ਰਾਬਤਾ ਕਰੇ। ਨਹੀਂ ਇਹ ਕਰਾਈਦਾ ਜਾਂ ਛੱਡ ਨਹੀਂ, ਦੇਈਦੇ ਨੇ ਇਹ ਹੁੰਦਾ ਵਾ, ਇਹਦੇ ਚ ਕੋਈ ਕਿਸੇ ਬੰਦੇ ਨੇ ਲੈਣੇ ਹੁੰਦੇ ਆਪਣੇ ਨਾਲ ਜੀ, ਮੈਂ ਦਿਆਂਗਾ, ਮੈਂ ਜ਼ਿੰਮੇਦਾਰ ਹਾਂ ਜੀ। ਤੇ ਉਸਤਾਦ ਜੀ ਦੇਣ ਵਾਲਾ ਇੱਕ ਬੰਦਾ ਖੜਾ ਹੈ, ਲੈਣ ਵਾਲੇ 900 ਬੰਦਾ ਖੜਾ ਹੋ ਗਿਆ। ਹਾਂਜੀ, ਤੇ ਫਿਰ ਉਹੀ ਗੱਲ ਕਿ ਠੀਕ ਆ ਜੀ, ਉੱਠ ਕੇ ਕਹਿ ਦੇਵੇ ਮੈਂ ਦੇ ਦਿੰਦਾ। ਇਹਨੇ ਕਹਿ ਲਈ ਆ ਦੇਖੋ ਪੋਮਾ ਇੱਥੇ ਹੀ ਇਹ ਦੇਗਾ, ਮੈਂ ਤਾਂ ਬਾਅਦ ਚਲ ਜਾਣਾ। ਇਹ ਮਿੱਠੇ ਹੋਰਾਂ ਦੇ ਵੀ ਵਾਰਸ ਸਾਹਿਬ ਜਦੋਂ ਫੌਤ ਹੋਏ ਨਾ, ਇਹਨਾਂ ਨੇ ਵੀ ਐਲਾਨ ਕਰਾਇਆ ਜੇ ਕੋਈ ਲੈਣਾ ਦੇਣੇ ਵਾਲਾ ਤੇ ਦੱਸੇ। ਇੱਕ ਕਰੈਕਟਰ ਨੇ ਕਿਹਾ ਜੀ ਅਸੀਂ 22,000 ਰੁਪਇਆ ਲੈਣਾ ਤੇਰੇ ਵਾਰਸ ਸਾਹਿਬ। ਇਹਨਾਂ ਨੇ ਉਹਨੂੰ ਨਸੀਤਾਂ ਹੀ ਇੰਨੀਆਂ ਕੁ ਕੀਤੀਆਂ, ਇੰਨੇ ਕੁ ਤਰਲੇ ਮਿੰਨਤਾਂ ਕੀਤੀਆਂ, ਉਹ ਮਾਫ ਕਰ ਗਿਆ ਵਿਚਾਰਾ। ਉਹ ਕਹਿੰਦਾ ਭਾਈ ਅਕਸਰ ਲੋਕ ਜਾਓ ਮੈਂ ਚੱਡੇ। ਇਹਨਾਂ ਨੇ ਵੀ ਕਿਹਾ ਜੀ ਕਿਸੇ ਨੇ ਕੁਝ ਸਾਡੇ ਵਾਲਦ ਕੋਲ ਲੈਣਾ ਹੋਇਆ, ਇੱਕ ਬੰਦਾ ਕਹਿੰਦਾ ਮੈਂ 70,000 ਲੈਣਾ, ਕਹਿੰਦਾ ਚਲੋ ਠੀਕ ਹੈ ਜੀ 50,000 ਕਰਕੇ ਦੇਣੇ, ਲੈਣੇ ਹੋ ਦੱਸ ਦੀ ਉਹਨੂੰ 50 ਦੇ। ਯਾਰ ਬੜੇ ਰੌਲੇ ਹੁੰਦੇ ਨੇ ਉੱਥੇ। ਹੁਣ ਇੱਕ ਅੱਬਾ ਸਾਹਿਬ ਜਿਹਦੇ ਨਾਲ ਕਾਰੋਬਾਰ ਕਰਦੇ ਸੀ, ਉਸ ਬੰਦੇ ਨਾਲ ਕਾਰੋਬਾਰ ਦਾ ਲੈਣ ਦੇਣ ਚੱਲ ਰਿਹਾ, ਉਹ ਵੀ ਵਿੱਚ ਬੈਠਾ ਹੋਣਗਾ, ਜਿਹਨੇ ਲੈਣਾ ਦੇਣਾ ਜੀ ਉਹਨੇ ਬੈਠਾ ਰਹਿਣਾ। ਉਹਨੂੰ ਪਤਾ ਯਾਰ ਮੈਂ ਤਾਂ ਬਾਅਦ 'ਚ ਵੀ ਇਹਦੇ ਮੁੰਡਿਆਂ ਦੇ ਨਾਲ ਕਾਰੋਬਾਰ ਕਰਦੇ ਰਹਿਣਾ, ਇਹਨਾਂ ਦੇ ਉਹ ਲੈਣ ਦੇਣ ਉਹਨੇ। ਲੇਕਿਨ ਇਹ ਗੱਲ ਉਹਨਾਂ ਵਾਸਤੇ ਹੁੰਦੀ ਹੈ ਜਿਹਦੇ ਕੋਲੋਂ ਕੋਈ ਦਸਤੀ ਫੜੇ ਨੇ, ਕੋਈ ਉਧਾਰ ਲਿਆ ਵਾ, ਵੈਸੇ ਉਹਦੇ ਨਾਲ ਕੋਈ ਕਾਰੋਬਾਰੀ ਲਿੰਕ ਨਹੀਂ ਹੈਗਾ, ਲੇਕਿਨ ਉਧਾਰ ਲਿਆ ਵਾ, ਉਹਨਾਂ ਵਾਸਤੇ ਜ਼ਿਆਦਾ ਇਹ ਸਿਲਸਿਲਾ ਮੇਰਾ ਖਿਆਲ ਹੁੰਦਾ। ਜਿਹੜੇ ਬੰਦੇ ਨਾਲ ਰੂਟੀਨ ਨਾਲ ਵਰਕਿੰਗ ਚੱਲਦੀ ਪਈ ਆ, ਮਤਲਬ ਬਾਪ ਫੌਤ ਹੋ ਗਿਆ, ਪਿੱਛੇ ਪੁੱਤਰ ਹੈਗੇ ਨੇ ਦੁਕਾਨ 'ਤੇ, ਉਹ ਕਈ ਉੱਥੇ ਬੈਠੇ ਹੁੰਦੇ ਜਿਨ੍ਹਾਂ ਨੂੰ ਲੈਣ ਦੇਣ ਉਹਨਾਂ ਨੇ ਵੀ ਲੈਣੇ ਹੁੰਦੇ, ਉਹਨਾਂ ਨੇ ਵੀ ਦੇਣੇ ਹੁੰਦੇ ਆ, ਉਹ ਐਡਾ ਹਿਸਾਬ ਕਿਤਾਬ ਹੁੰਦਾ। ਲੇਕਿਨ ਇਹ ਜਿਹੜੀ ਮਖਸੂਸ ਗੱਲ ਹੁੰਦੀ ਨਾ ਜੀ, ਅਗਰ ਕਿਸੇ ਨੇ ਕੁਛ ਲੈਣਾ ਦੇਣਾ ਤੇ ਇਹ ਉਹਦੇ ਵਾਸਤੇ ਹੁੰਦਾ ਜਿਹਦੇ ਕੋਲੋਂ ਇੱਕ ਮਤਲਬ ਬਿਜ਼ਨਸ ਤੋਂ ਹਟ ਕੇ ਕਿਸੇ ਕੋਲੋਂ ਕੁਝ ਪੈਸੇ ਫੜੇ ਨੇ, ਕਿਸੇ ਕੋਲ ਉਧਾਰ ਲਿਆ, ਕਿਸੇ ਕੋਲ ਚੀਜ਼ ਲਈ ਹੈ, ਕਿਸੇ ਦੇ ਦੇਣੇ ਆ, ਕਿਸੇ ਕੋਲ ਲੈਣੇ। ਮੇਰੇ ਖਿਆਲ ਉਹਦੇ ਵਾਸਤੇ ਜ਼ਿਆਦਾ ਹੈ ਉੱਥੇ ਇਫੈਕਟ ਇਹਦਾ ਹੁੰਦਾ। ਨਹੀਂ ਇਹਨੇ ਵੀ ਕਿਹਾ ਜੀ ਕਿਸੇ ਨੇ ਲੈਣਾ ਦੇਣਾ ਦੱਸੋ। ਇੱਕ ਬੰਦਾ ਕਹਿੰਦਾ ਜੀ ਮੈਂ 70,000 ਲੈਣਾ, ਇਹ ਕਹਿੰਦਾ ਸਨੋਕਰ ਖੇਲ ਲੈ ਮੇਰੇ ਨਾਲ। ਜੇ ਤੇ ਕਹਿੰਦੇ ਲੈ ਜੀ। ਨਹੀਂ ਫੈਸਲ ਨੇ ਕਿਹਾ ਕਿਸੇ ਨੇ ਕੁਝ ਲੈਣਾ ਦੇਣਾ, ਇੱਕ ਬੰਦਾ ਕਹਿੰਦਾ 50,000 ਲੈਣਾ, ਉਹਨੂੰ ਕਹਿੰਦਾ ਤੇਰੀ ਮਾਂ ਦੀ ਕਿਸਮ ਲੈ ਕੇ ਮਾਫ ਕਰ, ਚੱਲ ਮਾਫ ਕਰ। ਉਹ ਕਹਿੰਦਾ ਮਿੱਠੇ ਨੇ ਖਲੋ ਕੇ ਕਿਹਾ ਜੀ ਕਿਸੇ ਨੇ ਲੈਣਾ ਦੇਣਾ ਦੱਸੋ। ਇੱਕ ਬੰਦਾ ਕਹਿੰਦਾ ਜੀ ਮੈਂ 2.25 ਲੱਖ ਰੁਪਏ ਲੈਣਾ। ਬੇਟਾ ਕਹਿੰਦਾ ਹੈ ਇਹਨੇ ਤੇ ਪੂਰੀ ਜ਼ਿੰਦਗੀ 'ਚ ਅਸੀਂ ਨਹੀਂ ਲਏ ਉਹਨਾਂ ਕੋਲ। ਇਹਨੇ ਤੇ ਪੂਰੀ ਜ਼ਿੰਦਗੀ 'ਚ ਮੇਰੀ ਮਾਂ ਨੇ ਨਹੀਂ ਲਏ ਉਹਨਾਂ ਕੋਲ। ਕਾਲੂ ਦਾ ਅੱਬਾ ਫੌਤ ਹੋਇਆ, ਇਹਨੇ ਕਹਿੰਦਾ ਕਿਸੇ ਨੇ ਕੁਝ ਲੈਣਾ ਦੇਣਾ, ਇੱਕ ਬੰਦਾ ਕਹਿੰਦਾ ਮੈਂ 2 ਲੱਖ ਲੈਣਾ, ਪਿੱਛੇ ਉਹ ਕਹਿੰਦਾ ਆ ਪਿਆ ਭਾਈ ਕਰ ਲਾ ਜੋ ਤੇਰੇ ਕੋਲ। ਯਾਰ ਅੱਛਾ ਪਾਇਆ, ਅੱਛਾ ਖਾਦਾ, ਅੱਛਾ ਸਫ਼ਰ ਕੀਤਾ। ਤੇ ਉਹਨੇ ਐਡਵਾਈਸ ਵੀ ਇਹੀ ਕੀਤੀ ਸੀ, ਬੇਟਾ ਹੁਣ ਅੱਜ ਤੁਸੀਂ ਮੇਰੇ ਨਾਲ ਵੇਖ ਲਓ, ਉਹਨਾਂ ਨੇ ਕਿਹਾ ਸੀ ਕਿ ਬੇਟਾ ਪਾਲਣਾ ਅੱਛਾ ਰੱਖਣਾ, ਦੋਸਤ ਅੱਛਾ ਰੱਖਣਾ, ਨਸਲ ਹੀ ਰੱਖਣਾ, ਸਾਰਾ ਕੁਝ ਠੀਕ ਹੈ ਅਲਹਮਦੁਲਿਲਾ। ਅੱਛਾ ਜੀ। ਹਾਂ ਨਹੀਂ ਫੈਸਲ ਸਾਹਿਬ ਇਹ ਵੀ ਕੋਈ ਏਡੀ ਗੱਲ ਨਹੀਂ ਹੈਗੀ। ਹੁਣ ਅੱਛਾ ਪਾਇਆ ਹੁੰਦਾ ਤੇ ਨਕਸ਼ੇ ਇਦਾਂ ਦੇ ਹੁੰਦੇ ਤੁਹਾਡੇ। ਨਹੀਂ ਉਸਤਾਦ ਜੀ ਮੈਂ ਤੁਹਾਨੂੰ ਕਹਿਣ ਡਿਆ ਨਾ ਇੰਝ ਕਰਿਆ ਕਰੋ, ਮਾੜਾ ਤਾਂ ਪਾਇਆ ਹੀ ਨਹੀਂ ਅਸੀਂ। ਹਾਏ ਹਾਏ। ਅੱਬੂ ਨੇ ਮੈਨੂੰ ਕਿਹਾ ਸੀ ਅੱਜ ਮੈਂ ਜੁੱਤੀ ਸਭ ਤੋਂ ਮਹਿੰਗੀ ਪਾਉਂਦਾ ਉਸਤਾਦ ਜੀ, ਤੁਹਾਨੂੰ ਪਤਾ ਹੈ ਕੱਪੜੇ ਮੇਰੇ ਭਾਵੇਂ ਸਸਤੇ ਹੋਣ, ਜੁੱਤੀ ਮੇਰੀ ਮਹਿੰਗੀ ਹੁੰਦੀ। ਹਾਂਜੀ ਹਾਂਜੀ। ਮੈਂ ਹੁਣ ਬੂਟ ਇੱਕ ਮੇਰੇ ਹੈਗੇ ਨੇ ਓਕਲੇ ਦੇ 38,000 ਰੁਪਏ ਦੇ ਬੂਟ ਨੇ। ਉਸ ਤੋਂ ਪਹਿਲੇ ਮੈਂ ਕੈਮਰੇ ਦੇ ਬੂਟ ਪਾਏ ਹੁੰਦੇ ਸੀਗੇ, ਫਿਰ ਉਸ ਤੋਂ ਬਾਅਦ ਆਡੀਦਾਸ, ਪੈਨੋਰਾਮਾ, ਇਹ ਜਿਹੜੇ ਵੀ ਬੂਟ ਤਾਂ ਜੀ ਇਹ ਜੁਮਾ ਪੜਦੇ ਸੀ ਅੱਛੀ ਸੁਸਾਇਟੀਆਂ ਦੀ ਮਸਜਿਦ ਦੇ ਵਿੱਚ, ਉੱਥੇ ਸਾਰੇ ਬ੍ਰਾਂਡ ਦੀ ਜੁੱਤੀਆਂ ਆਉਂਦੀਆਂ। ਕਿਉਂਕਿ ਐਡਵਾਈਸ ਕੀਤੀ ਸੀ ਬੇਟਾ ਕੱਪੜਾ ਭਾਵੇਂ ਮਾੜਾ ਹੋਵੇ, ਜੁੱਤੀ ਮਾੜੀ ਨਹੀਂ ਪਾਣੀ, ਤੁਹਾਡਾ ਦੁਸ਼ਮਣ ਹਮੇਸ਼ਾ ਤੁਹਾਡੇ ਪੈਰਾਂ ਨਾਲ ਵੇਖੇਗਾ ਇੰਝ ਕਰਕੇ। ਹੈ
ਠੀਕ ਹੈ। ਫੈਸਲ ਤੇਰੇ ਕੋਲ ਜੁੱਤੀ ਵੀ ਪਈ ਹੈ ਆਪਣੇ ਅੱਬੂ ਦੀ ਕੋਈ? ਹਾਂਜੀ ਉਸਤਾਦ ਜੀ। ਹਾਂ, ਇਹ ਜਿਹੜੀ ਛੱਡਵੀਂ ਜੁੱਤੀ ਮਾਰਦੇ ਸੀ ਨਾ, ਇਹਨੇ ਉਹਨਾਂ ਦੀ ਜ਼ਿੰਦਗੀ 'ਚ ਸੰਭਾਲ ਲਈ ਸੀ। ਉਹਨਾਂ ਨੇ ਕਿਹਾ ਮੇਰੀ ਜੁੱਤੀ ਵਾਪਸ ਕਰ ਦਿਓ। ਇਹ ਕਹਿੰਦਾ ਨਹੀਂ ਜੀ, ਮੈਂ ਅਕੀਦਤ ਦੀ ਵਜ੍ਹਾ ਤੋਂ ਮੈਂ ਸੰਭਾਲ ਲਈ ਹੈ ਤੁਹਾਡੀ ਨਿਸ਼ਾਨੀ। ਔਰ ਉਸਤਾਦ ਜੀ ਇੱਕ ਪੈਰ ਲੱਭਾ ਮੈਨੂੰ, ਉਹਦਾ ਨਾ ਬੂਟ ਸੀਗੇ ਉਹਨਾਂ ਦੇ, ਉਹ ਚੀਤਾ ਕਲੱਬ ਵਾਲਿਆਂ ਦੇ, ਠੀਕ ਹੈ। ਜੁੱਤੀ ਦਾ ਇੱਕ ਪੈਰ ਸੰਭਾਲਿਆ ਵੀ ਹੋਇਆ, ਇੱਕ ਛਪਿਆ ਵੀ ਹੋਇਆ ਲੱਕ ਤੇ। ਉਹ ਚੀਤਾ ਕਲੱਬ ਵਾਲਿਆਂ ਦੇ ਬੂਟ ਹੈਗੇ ਨੇ, ਉਹ ਇੱਕ ਪੈਰ ਹੀ ਲੱਭਾ, ਇੱਕ ਨਹੀਂ ਲੱਭਾ ਮੈਨੂੰ। ਨਹੀਂ, ਇੱਕ ਤੇਰੇ ਕੋ ਆ ਨਾ ਲੱਭਾ, ਇੱਕ ਸ਼ਹਜ਼ਾਦ ਕੋ ਹੋਣਾ, ਕਿਉਂਕਿ ਦੂਜਾ ਉਹਨੂੰ ਪਿਆ ਹੋਣਾ। ਨਹੀਂ ਉਸਤਾਦ ਜੀ, ਅਸੀਂ ਹਰ ਚੀਜ਼ ਅੱਬੂ ਦੀ ਸੰਭਾਲੀ ਹੋਈ ਹੈ। ਤਾਜੀ ਇਹਨਾਂ ਦੇ ਅੱਬੂ ਨੂੰ ਸ਼ਿਕਾਰ ਦਾ ਬੜਾ ਸ਼ੌਕ ਸੀ। ਹਾਂ ਜੀ, ਕੁੱਤਾ ਵੀ ਉਹਨਾਂ ਨੇ ਮਾਰਨਾ ਸੀ, ਠੀਕ ਹੈ। ਬਸ ਤਾਜੀ ਖਿੱਚ ਕੇ ਗੋਲੀਆਂ ਸ਼ਿਕਾਰ ਕਰਨਗੇ, ਗੋਲੀਆਂ ਘਰ ਭੁੱਲ ਗਏ ਤੇ ਸਾਈਕਲ ਤੇ ਵਾਪਸ ਆਉਣ। ਸ਼ੇਰ ਕਹਿੰਦਾ ਕਿੱਧਰ, ਕਹਿੰਦਾ ਗੋਲੀਆਂ ਲਿਆ ਵਾ, ਗੋਲੀਆਂ। ਅੱਛਾ, ਸ਼ੇਰ ਨੂੰ ਮਾਰ, ਸ਼ੇਰ ਦਾ ਕਾਹਦਾ ਸ਼ਿਕਾਰ? ਸ਼ੇਰ ਦਾ ਕੌਣ ਸ਼ਿਕਾਰ ਕਰਦਾ ਯਾਰ? ਉਹ ਵੈਸੇ ਮਾਰ ਨਿਕਲ ਕੇ ਸ਼ਿਕਾਰ ਹਮੇਸ਼ਾ ਖਾਣ ਜਿਹੜੀਆਂ ਹਲਾਲ ਚੀਜ਼ਾਂ ਉਹਨਾਂ ਦਾ ਹੀ ਹੁੰਦਾ, ਸ਼ਿਕਾਰ ਉਹਦਾ ਕਰਦੇ। ਉਸਤਾਦ ਜੀ, ਮੈਨੂੰ ਸ਼ਿਕਾਰ ਤੋਂ ਯਾਦ ਆਇਆ, ਇੱਕ ਸ਼ਿਕਾਰੀ ਮੈਂ ਵੇਖਿਆ, ਉਹ ਹੁਣ ਤਬਸਰਾ ਕਰ ਰਿਹਾ ਸੀਗਾ ਸੀ ਤੇ, ਰਾਤੇ ਸਮੁੰਦਰ ਤੇ। ਉਹ ਕਹਿੰਦਾ ਜੀ ਸਿਰਫ ਔਰ ਸਿਰਫ ਨਾ 5% ਸਮੁੰਦਰ ਵੇਖਿਆ ਗਿਆ ਹੈ, ਖੋਜਿਆ ਗਿਆ ਹੈ। ਨਹੀਂ, 95% ਨਹੀਂ ਖੋਜਿਆ ਗਿਆ। ਇਹ ਹਕੀਕਤ ਗੱਲ ਹੈ ਕਿ ਐਵੇਂ ਲੱਗਾ? ਸਮੁੰਦਰ ਨਹੀਂ, 5% ਦੇਖਿਆ ਗਿਆ, 95% ਤੇ ਤਰਪਾਲ ਪਾਈ ਉਹ ਨਹੀਂ ਵੇਖਿਆ ਗਿਆ। ਤਰਪਾਲ ਨਹੀਂ ਪਾਈ ਬਹੁਤ ਯਾਰ। ਮੈਂ ਨਾ ਪੂਰੀ ਦੁਨੀਆ ਵਾ, ਇੱਕ ਪੂਰੀ ਦੁਨੀਆ ਵਾ, ਟੋਟਲ ਜਿੰਨੀ ਦੁਨੀਆ ਵਾ, ਉਹ ਕਹਿੰਦੇ ਨੇ ਇੱਕ ਹਿੱਸਾ ਵਾ, 3 ਹਿੱਸੇ ਸਮੁੰਦਰ ਆ, ਤੇ ਕਿੱਦਾਂ ਵੇਖਿਆ ਜਾ ਸਕਦਾ? ਹਾਂਜੀ। ਨਹੀਂ ਉਸਤਾਦ ਜੀ, ਸਾਇੰਸਦਾਨ ਉਹ ਕਹਿੰਦੇ ਉਹਦਾ ਕਿਨਾਰਾ ਹੀ ਨਹੀਂ ਲੱਭਾ, ਉਹ ਯਾਰ ਉਹਦੀ ਗਹਿਰਾਈ ਨਹੀਂ, ਤੈਅ ਨਹੀਂ। ਫੈਸਲ ਸਾਹਿਬ, ਗੱਲ ਇਹ ਹੈ ਕਿ ਤੁਸੀਂ 14-15 ਸਾਲ ਦੇ, 16 ਸਾਲ ਦੇ ਹੋਵੋ ਜਾਂ 18 ਸਾਲ ਦੇ ਹੋਵੋ, ਤੁਹਾਡਾ ਪਾਸਪੋਰਟ ਬਣ ਜਾਏ, ਤੁਹਾਡਾ ID ਕਾਰਡ ਬਣ ਜਾਏ, ਤੁਸੀਂ ਪੂਰੀ ਦੁਨੀਆ ਫਿਰਨੀ ਸ਼ੁਰੂ ਕਰ ਦਿਓ, ਤੁਹਾਡੀ ਜ਼ਿੰਦਗੀ ਮੁੱਕ ਜਾਏਗੀ, ਤੁਸੀਂ ਪੂਰੀ ਦੁਨੀਆ ਨਹੀਂ ਫਿਰ ਸਕੋਗੇ। ਨਹੀਂ, ਲੇਕਿਨ ਉਸਤਾਦ ਜੀ, ਲੇਕਿਨ ਸਮੁੰਦਰ ਇਸ ਤੋਂ ਪਤਾ ਨਹੀਂ 3 ਹਿੱਸੇ ਕਹਿੰਦੇ, ਪਤਾ ਨਹੀਂ ਕਿੰਨੇ ਹਿੱਸੇ ਜ਼ਿਆਦਾ ਵਾ, ਤੇ ਉਹ ਕਿੰਨਾ ਕਿ ਯਾਰ ਖੋਜ ਲਿਆ ਹੋਏਗਾ ਹਰ ਜਗ੍ਹਾ। ਸਹੀ ਗੱਲ ਆ ਕਿ 5% ਵੀ ਨਹੀਂ, ਮੇਰੇ ਹਿਸਾਬ ਨਾਲ 5% ਵੀ ਨਹੀਂ ਹੋਣਾ। ਨਹੀਂ, ਤੁਸੀਂ ਕਹਿ ਰਹੇ ਪੂਰੀ ਦੁਨੀਆ ਦੇ ਫਿਰ ਸਕਦੇ, 256 ਮੁਲਕ ਵਾ। ਆਹੋ, ਨਹੀਂ, ਇੱਕ ਸਾਲ ਲੱਗਣਾ 256 ਮੁਲਕ ਨਹੀਂ ਹੈਗੇ ਓਏ, ਹੈ 161। 256 ਮੁਲਕ ਨਹੀਂ ਹੈਗੇ, ਜ਼ਿਆਦਾ ਵਾ। ਜ਼ਿਆਦਾ ਵਾ ਮਿੱਠਾ ਉਸਤਾਦ ਜੀ। ਜੀ, 256 ਮੁਲਕ ਨੇ ਜਿਹੜੇ ਹਿਸਟਰੀ ਦੇ ਵਿੱਚ ਨੇ। 2.5 ਹਾਂ, ਮੈਂ 256 ਸੁਣਿਆ ਜੀ। 361 ਨੇ ਜਾਂ 256 ਨੇ, ਯਾਨੀ ਕਿ ਡੇਲੀ ਅਗਰ ਇੱਕ ਮੁਲਕ ਫਿਰਿਆ ਜਾਏ ਤੇ ਸਾਲ ਦੇ ਵਿੱਚ ਬੰਦਾ ਫਿਰ ਸਕਦਾ। 365 ਦਿਨ ਹੁੰਦੇ ਸਾਲ ਦੇ। ਡੇਲੀ ਇੱਕ ਮੁਲਕ ਤੈਨੂੰ ਕਿਸੇ ਨੇ ਚੁੱਕ ਕੇ ਸਿੱਟੀ ਜਾਣਾ ਹੈ ਕਰਕੇ ਮੁਲਕਾਂ 'ਚ। ਜਾਣਦੇ ਯਾਰ ਭਈ ਬਿੱਟੇ ਕੀ ਆਹੋ ਤੇ ਨਹੀਂ, ਉਸਤਾਦ ਜੀ, ਆਪਣੀ ਕਨਵੇਂਸ ਹੋਵੇ ਤਾਂ ਬੰਦਾ ਫਿਰ ਸਕਦਾ, ਹਰ ਮੁਲਕ ਫਿਰ ਸਕਦਾ ਬੇਟਾ ਉਹ ਤੇ ਫਿਰ ਸਾਰੀ ਜ਼ਿੰਦਗੀ ਤੁਸੀਂ ਵਕਫ ਕਰ ਦੇਣੀ ਨਾ ਇਸ ਕੰਮ ਵਾਸਤੇ। ਜੇ ਤੁਸੀਂ ਮਤਲਬ ਕਦੀ ਕਿਤੇ ਨਿਕਲੋ, ਸਮੁੰਦਰ ਦੇ ਵਿੱਚ ਜਿਹੜੇ ਲੋਕ ਜਾਂਦੇ ਨੇ, ਇੱਕ ਦੋ ਮਤਲਬ ਕਦੀ ਕਿਤੇ ਚਲੇ ਗਏ, ਕਦੀ ਕਿਤੇ ਚਲੇ ਗਏ, ਉਹ ਫਿਰਦੇ ਤੇ ਨਹੀਂ ਰਹਿੰਦੇ ਹੁਣ। ਲੇਕਿਨ ਤੁਸੀਂ ਗੱਲ ਕੀਤੀ ਵੀ ਦੁਨੀਆ ਨਾਲ ਫਿਰ ਸਕਦੇ ਹਾਂ ਅਸੀਂ। ਹੁਣ ਇੱਕ ਨਹੀਂ ਫਿਰੀ ਬੰਦਾ ਜਾਂਦੀ ਦੁਨੀਆ, ਸੁਣਿਆ ਨਹੀਂ ਫਿਰੀ ਜਾਂਦੀ ਦੁਨੀਆ। ਤੁਸੀਂ ਦੁਨੀਆ ਵੀ ਤੁਸੀਂ 5-7-10% ਹੀ ਫਿਰ ਸਕਦੇ ਹੋ। ਇੱਕ ਮੁਲਕ 'ਚ ਤੁਸੀਂ ਚਲੇ ਗਏ, ਉੱਥੇ ਤੁਸੀਂ ਇੱਕ ਜਗ੍ਹਾ ਦੇਖ ਲਈ ਮਾੜੀ ਜੀ, 2 ਦੇਖ ਲਈਆਂ, 3 ਦੇਖ ਲਈਆਂ, ਪੂਰਾ ਮੁਲਕ ਫਿਰ ਨਹੀਂ ਸਕਦੇ ਤੁਸੀਂ। ਮੁਲਕ ਦਾ ਨਾ ਤੁਸੀਂ ਅੱਜ ਦੇਖਣਾ ਵੀ ਜਹਾਜ਼ ਉੱਤੋਂ ਜਾ ਕੇ ਲਓ ਜੀ, ਆ ਮੈਂ ਜੀ ਯੂਨਾਨ ਦੇਖ ਲਿਆ 5 ਹੋ ਗਏ, ਆ ਮੈਂ ਜੀ ਇਸਰਾਈਲ ਦੇਖ ਲਿਆ 6 ਹੋ ਗਏ, ਇੰਜ ਤਾਂ ਨਹੀਂ ਨਾ ਹੁੰਦਾ। ਮੇਰੀ ਮਾਂ ਮੇਰੀ ਦੁਨੀਆ ਉਹ ਡੇਲੀ ਦੇਖ ਲੈਣਾ, ਸਾਰੀ ਦੁਨੀਆ। ਸਹੀ ਗੱਲ ਤਾਂ ਆਪਣੇ ਮੈਨੂੰ ਆਂਦੇ ਆ ਵੱਟੇ ਵੀ ਮਾਰ ਦਿੰਦਾ ਸੀ। ਬਸ ਠੀਕ ਹੈ। ਉਸਤਾਦ ਜੀ, ਹੁਣ ਆਪਾਂ ਦੁਨੀਆ ਕੋਲ ਦੇਖਣੀ, ਉਹ ਸ਼ੰਜਨ ਵੀਜ਼ਾ ਤੁਸੀਂ ਕਿਹਾ ਸੀ। ਉਸਤਾਦ ਜੀ, ਹਾਂਜੀ। ਸ਼ੰਜਨ ਵੀਜ਼ੇ ਮੁਝੇ ਦੀ ਨਹੀਂ ਛੱਡ ਦਿਓ। ਕਹਿੰਦਾ ਮਾਂ ਮੇਰੀ ਦੁਨੀਆ ਮੈਂ, ਕਹਿੰਦਾ ਮਾਂ ਟੀਵੀ ਤੇ ਲਾ, ਮੈਂ ਕਿੱਥੇ ਕਹਿੰਦਾ ਦੁਨੀਆ ਟੀਵੀ ਤੇ ਲਾ ਲੈ। ਸਹੀ ਗੱਲ। ਨਾ ਯਾਰ, ਮਾਂ ਨੂੰ ਜੁਗਤਾ ਨਾ ਕਰਿਆ ਕਰੋ ਕਾਲੂ ਜੀ, ਆ ਇੱਥੇ ਹਲਕੇ ਪੈ ਜਾਂਦੇ ਆ। ਤੇ ਜਿਹੜੇ ਉਹਦੇ ਪਿਓ ਨੂੰ ਕਰਨੇ ਆ ਪੌਣੇ ਘੰਟੇ ਤੋਂ, ਮੈਂ ਕਦੋਂ ਕੀਤੀ? ਤਾਜੀ ਮੈਂ ਸ਼ਿਕਾਰ ਤੇ ਹੀ ਆ। ਅੱਛਾ। ਹਾਂਜੀ। ਤਾਜੀ ਬਈ ਫੈਸਲ ਦੇ ਅੱਬੂ ਨੇ ਇੱਕ ਭਾਈ ਇਦਾਂ ਬਟੇਰੇ ਨੂੰ ਫੈਰ ਮਾਰ ਕੇ ਤੇ ਉਹਨੂੰ ਚੁੱਕ ਕੇ ਨਹੀਂ ਲਿਆਂਦੇ। ਕਿਉਂ? ਮੈਂ ਕਿਹਾ ਲਿਆ ਨਹੀਂ ਦੇ। ਕਹਿੰਦਾ ਉਹ ਥੱਲੇ ਬੰਦਾ ਨੰਗਾ ਦੇ, ਉਹਦਾ ਮੈਂ 5000 ਦੇਣਾ, ਉਹਨੂੰ ਨੰਗ ਲੈ। ਜੰਗਲ 'ਚ ਬੰਦਾ ਕਿੱਧਰ ਆ ਗਿਆ ਯਾਰ ਬਾਤ। ਮਤਲਬ ਏਡੇ ਰਸ਼ ਦੇ ਵਿੱਚ ਖੜਾ ਸੀ ਉਹ ਬਟੇਰਾ। ਐਮਾਜ਼ੋਨ ਦਾ ਜਿਹੜਾ ਜੰਗਲ ਉਸਤਾਦ ਜੀ, ਹਾਂ, ਐਮਾਜ਼ੋਨ, ਉਹ ਵੀ ਕਹਿੰਦੇ ਨੇ 3% ਵੇਖਿਆ, 97% ਨਹੀਂ ਵੇਖਿਆ ਗਿਆ ਅਜੇ ਤੱਕ। ਐਮਾਜ਼ੋਨ ਦਾ
ਉਹ ਭਾਜੀ ਉੱਥੇ ਛਾਵਾਂ ਹੁੰਦੀਆਂ, ਐਮਾਜ਼ੋਨ ਚ ਸਮੁੰਦਰ ਕਿੱਥੋਂ ਆ ਗਿਆ, ਕੀ ਹੋ ਗਿਆ ਤੁਹਾਨੂੰ? ਇੱਕ ਉਸਤਾਦ ਜੀ ਜੀਵ ਨਿਕਲਿਆ ਸੱਪ, ਉਹ ਡੰਗ ਮਾਰਦਾ ਬੰਦਾ ਗਾਇਬ ਹੋ ਜਾਂਦਾ, ਹਾਂਜੀ ਉਹਨੂੰ ਕਹਿੰਦੇ ਨੇ ਟਵਿਨ ਕੋਬਰਾ। ਉਹ ਫੂਕ ਵਾਲਾ ਡੰਗ ਹੁੰਦਾ ਨਾ, ਫੂਕ ਵਾਲਾ। ਹਾਂਜੀ, ਆ ਜਿਹੜੇ ਬਾਹਰ ਨਹੀਂ ਖਿਲਾਰੇ ਹੁੰਦੇ ਹਵਾ ਭਰ ਕੇ ਬੰਦੇ, ਉਹਨਾਂ ਨੂੰ ਡੰਗ ਮਾਰਦਾ ਉਹ ਗਾਇਬ ਹੋ ਜਾਂਦਾ, ਲੀਕ ਹੋ ਜਾਂਦਾ। ਅੱਛਾ, ਉਹ ਫੂਕ ਨਿਕਲ ਜਾਂਦੀ ਸਾਰੀ। ਹਾਂਜੀ, ਤੇ ਉਹ ਬੰਦੇ ਦੀ ਗੱਲ ਕਰ ਰਹੇ ਆ। ਉਸਤਾਦ ਜੀ ਕਹਿੰਦੇ ਐਮਾਜ਼ੋਨ ਦੇ ਜੰਗਲਾਂ ਦੇ ਵਿੱਚ ਕੋਈ ਵੀ ਨਹੀਂ ਜਾਂਦਾ। ਉਹ ਜਾਂਦੇ ਯਾਰ ਲੋਕ, ਬੇਅਰ ਉੱਥੇ ਗਲੇਸ ਸਰਚ ਕਰਦੇ ਨੇ, ਬੜੇ ਬੜੇ ਲੋਕ ਜਾਂਦੇ ਨੇ ਉੱਥੇ। ਜੀ ਜੀ ਲੇਕਿਨ ਮੈਂ ਤੁਹਾਨੂੰ ਦੱਸਾਂ, ਹਾਂ, ਅੰਦਰ ਚਲ ਜਾ। ਦੁਨੀਆ ਦਾ ਸਭ ਤੋਂ ਖੌਫਨਾਕ ਤੇ ਖਤਰਨਾਕ ਜੰਗਲ ਜੇ ਚਾਂਗਾ ਮਾਂਗਾ ਤੋਂ ਬਾਅਦ ਐਮਾਜ਼ੋਨ। ਅੱਛਾ ਜੀ। ਉਸਤਾਦ ਜੀ ਉੱਥੇ ਤੁਸੀਂ 5 ਕਿਲੋਮੀਟਰ ਅੱਗੇ ਜਾਣਾ ਨਾ ਤੇ ਅੱਗੇ ਦਲਦਲ ਸ਼ੁਰੂ ਹੋ ਜਾਂਦੀ ਹੈ। ਦਲਦਲ ਦੇ ਵਿੱਚੋਂ ਹੁਣ ਨਿਕਲਣ ਦਾ ਤਰੀਕਾ ਉਸਤਾਦ ਜੀ ਕਿਸੇ ਨੂੰ ਨਹੀਂ ਪਤਾ, ਲੇਕਿਨ ਨਾ ਇਸਲਾਹ ਇੱਕ ਦੂਸਰੇ ਦੀ ਕਰਦੀ ਰਹਿਣੀ ਚਾਹੀਦੀ। ਸਭ ਤੋਂ ਪਹਿਲਾਂ ਨਾ ਆਪਣੀ ਗ੍ਰਿਫਤ ਮਜ਼ਬੂਤ ਰੱਖੋ। ਚਲੋ, ਅਗਰ ਖੁਦਾ ਨਾ ਖਾਸਤਾ ਉਸਤਾਦ ਜੀ ਤੁਸੀਂ ਦਲਦਲ 'ਚ ਡਿੱਗ ਜਾਂਦੇ ਹੋ ਕਿਤੇ, ਮੈਂ ਤੁਹਾਨੂੰ ਦੱਸ ਰਿਹਾ ਉਸਤਾਦ ਜੀ, ਅਗਰ ਦਲਦਲ 'ਚ ਤੁਸੀਂ ਡਿੱਗ ਜਾਂਦੇ ਹੋ ਨਾ ਤੇ ਆਪਣਾ ਜਿਸਮ ਤੁਸੀਂ ਢਿੱਲਾ ਛੱਡ ਦੇਣਾ। ਅੱਛਾ, ਠੀਕ ਉਸਤਾਦ ਜੀ, ਨੱਟ ਖੋਲ ਲੈਣਾ ਜਿਸਮ ਦੇ। ਮੈਂ ਸਹੀ ਜ਼ਰੂਰੀ ਉਸਤਾਦ ਜੀ ਹੋਣਾ ਚਾਹੀਦਾ ਪ੍ਰੋਗਰਾਮ ਤੇ ਚਲੋ ਹੋ ਗਿਆ। ਦਲਦਲ 'ਚ ਅਗਰ ਮਿੱਠੇ ਤੂੰ ਡਿੱਗ ਪਵੇਂ ਕਿਤੇ ਉਹ ਦਲਦਲ ਠਹਿਰ ਜਾ। ਅੱਲਾ ਕਰੇ, ਅੱਲਾ ਉਹ ਇੱਕ ਮਿੰਟ, ਲਾਣ ਤੇ ਕਿਤੇ ਮੇਰੀ ਪਰਚੀ ਨਿਕਲ ਆਈ ਆ ਤੇ ਗੱਲ ਸੁਣ, ਵੀ ਮੈਂ ਹੀ ਨਹੀਂ। ਡਿੱਗ। ਉਹ ਠਹਿਰ ਜਾ। ਮਿੱਠਾ ਹੋ ਜਾਣੇ ਕਿ ਵਿੱਚ ਡਿੱਗ ਪਿਆ ਵਾ, ਮਰਨ ਦੇ ਚਾਂਸ ਹੋ ਗਏ। ਅੱਛਾ, ਫਿਰ ਮਿੱਠੇ ਉਹ ਠਹਿਰ ਜੇ ਮੇਰੇ ਕਿਤੇ ਐਲਾਨ ਹੋ ਗਿਆ, ਮੇਰੀ ਪਰਚੀ ਕੱਢੀ ਆਉਣ, ਮਿੱਠੇ ਮੈਂ ਦੰਦਲ ਡਿੱਗ ਜਾਵਾਂ। ਜਿੱਥੇ ਤੂੰ ਰਹਿਣਾ ਹੈ ਨਾ ਉਹ ਦਲਦਲ ਹੀ ਆ। ਹਾਂ। ਠੀਕ ਹੈ, ਅੱਛਾ, ਮਿੱਠਾ ਡਿੱਗ ਗਿਆ, ਇੱਕ ਮਿੰਟ, ਮਿੱਠਾ ਡਿੱਗ ਗਿਆ ਦਲਦਲ ਚ। ਹਾਂ, ਠੀਕ ਆ। ਕੱਲ ਠਹਿਰ ਤੇ ਜਿੱਥੇ ਮੈਂ ਰਹਿੰਦਾ ਦਲਦਲਾ ਤੇਰੇ ਕਮਰੇ 'ਚ ਤਾਂ ਕੱਲ ਸੰਗੇ ਮਰਮਾ ਨਿਕਲਿਆ ਹਨਾ, ਵੀ ਦਰਾਮਦ ਹੋਇਆ ਉੱਥੋਂ। ਅੱਛਾ ਯਾਰ ਮਿੱਠੇ, ਤੂੰ ਪੌਣੇ ਘੰਟੇ ਤੋਂ ਗੱਲਾਂ ਕਰ ਰਿਹਾ ਉਹਨੂੰ ਯਾਰ, ਉਹਨੇ ਇੱਕ ਗੱਲ ਕੀਤੀ ਤੇ ਤੇਰੀ ਤਬੀਅਤ ਚੜ ਗਈ ਤੇਰੀ। ਔਰ ਮਿਸਾਲ ਦੇ ਰਿਹਾ। ਅੱਛਾ ਯਾਰ ਫੈਸਲ ਫੇਰ ਮਿਸਾਲ ਦੇ ਰਿਹਾ, ਇੱਕ ਮਿਸਾਲ ਮਿੱਠਾ ਡਿੱਗ ਪਿਆ ਫੇਰ। ਅਗਰ ਦਲਦਲ 'ਚ ਤੁਸੀਂ ਡਿੱਗ ਜਾਂਦੇ ਹੋ, ਸਭ ਤੋਂ ਪਹਿਲੇ ਨੰਬਰ ਤੇ ਤੁਸੀਂ ਆਪਣਾ ਆਪ ਢਿੱਲਿਆ ਝਾੜ ਦੇਣਾ ਹੈ। ਮਿੱਠੇ ਨੂੰ ਦੱਸੋ, ਮਿੱਠੇ ਨੂੰ, ਮਿੱਠਾ ਸੁਣ। ਉਹ ਠਹਿਰ ਜਾ। ਹਾਂ, ਆਪਣਾ ਆਪ ਤੁਸੀਂ ਢਿੱਲਿਆਂ ਛੱਡ ਜਾਣਾ ਉਸਤਾਦ ਜੀ। ਓਹ ਠੀਕ ਹੈ। ਜ਼ੋਰ ਬਿਲਕੁਲ ਨਹੀਂ ਲਾਣਾ। ਮੋਬਾਈਲ ਵਾਈਬ੍ਰੇਟ ਤੇ ਲਾ ਲੈਣਾ ਜੀ। ਅੱਛਾ, ਅਗਰ ਤੁਸੀਂ ਜ਼ੋਰ ਲਾਓਗੇ ਤੇ ਤੁਸੀਂ ਜ਼ਮੀਨ ਦੇ ਵਿੱਚ ਗੜੇ ਜਾਓਗੇ। ਤੇ ਕੋਸ਼ਿਸ਼ ਢਿੱਲਾ ਕਰਨੀ ਕਿਸੇ ਢਿੱਲਾ ਛੱਡ ਕੇ ਫੇਰ ਕੀ ਕਰਨਾ? ਢਿੱਲਾ ਛੱਡ ਕੇ ਛਿੱਤਰ ਮਾਰਨੇ ਆਪਣੇ। ਤੇ ਉੱਥੇ ਸਟਿਲ ਰਹਿਣਾ, ਖਲੋਤੇ ਰਹਿਣਾ। ਉਹ ਕੋਸ਼ਿਸ਼ ਥੱਲੇ ਨੂੰ ਕਰਨੀ ਜਾਈ ਜ਼ਮੀਨ ਦੇ ਜਾਏਗਾ। ਅੰਦਰ ਨਹੀਂ ਜਾਣਾ। ਨਹੀਂ, ਉਹ ਥੱਲੇ ਨੂੰ ਜਾਈ ਜਾਏਗਾ ਫਿਰ। ਨਹੀਂ, ਥੱਲੇ ਨਹੀਂ ਜਾਏਗਾ। ਜਦੋਂ ਤੁਸੀਂ ਢਿੱਲਾ ਛੱਡ ਦੋਗੇ ਨਾ ਆਪਣਾ ਆਪ, ਫਿਰ ਕੋਸ਼ਿਸ਼ ਕਰਨੀ ਕਿਸੇ ਦਰਖਤ ਦਾ ਟਹਿਣ ਲੱਭਣਾ ਤੁਸੀਂ। ਹਲੋ ਲੋ, ਜੇ ਦਰਖਤ ਪਾਈ ਫੈਸਲ ਉੱਤੇ ਹੋਵੇ ਨਾ ਵੇ ਤਾਂ ਮਿੱਠਾ ਤਾਂ ਮਰ ਗਿਆ ਨਾ। ਨਹੀਂ, ਮੈਂ ਪਹਿਲੇ ਨਹੀਂ। ਪਤਾ ਕੀ ਕਰਾਂਗਾ, ਮੈਂ 10 ਸਾਲ ਪਹਿਲੇ ਉੱਥੇ ਜਾਵਾਂਗਾ, ਕਿ ਦਰਖਤ ਲਾ ਕੇ ਆਵਾਂਗਾ, ਉਹਦਾ ਟਹਿਣ ਲਮਕਾ ਕੇ ਆਵਾਂਗਾ। 10 ਸਾਲਾਂ ਬਾਅਦ ਮੈਂ ਉੱਥੇ ਜਾ ਕੇ ਚਵਲ ਮਾਰੂਗਾ, ਮੈਂ ਥੱਲੇ ਜਾਊਂਗਾ, ਮੈਂ ਢਿੱਲਾ ਛੱਡੂ, ਫਿਰ ਮੈਂ ਟਹਿਣਾ ਫੜ ਲੂ। ਤਾਜੀ ਲੱਤਾਂ ਤੁਸੀਂ ਕਿਸੇ ਤਰੀਕੇ ਨਾਲ ਉੱਪਰ ਲੈ ਕੇ ਆਣੀਆਂ ਉਸਤਾਦ ਜੀ ਆਪਣੀ ਦਲਦਲ ਦੇ ਵਿੱਚ। ਦਲਦਲ ਦੇ ਵਿੱਚ। ਹਾਂਜੀ, ਤਾਜੀ ਭਾਈ ਫੈਸਲਾ ਆਪਣੇ ਅੱਬੂ ਦੇ ਢਿੱਡ ਤੇ ਚੜ ਕੇ ਇਹਨਾਂ ਨੇ ਸਮਝਿਆ ਦਲਦਲ ਆ, ਜਿਸਮ ਢਿੱਲਾ ਚੜਦਾ ਉਹ ਮਾਰ ਗਏ। ਅੱਛਾ, ਠੀਕ ਹੈ ਉਸਤਾਦ ਜੀ। ਤੇ ਕੋਸ਼ਿਸ਼ ਕਰਨੀ ਕਿਨਾਰੇ ਤੱਕ ਆਣ ਦੀ, ਜਿੱਦਾਂ ਮਰਜ਼ੀ ਆਓ, ਆਣਾ ਕਿਨਾਰੇ ਦੇ ਤੁਸੀਂ। ਇਹ ਤੇ ਉਹਦੇ ਤਰੀਕਾ ਵਿੱਚ ਵਾ। ਲਾਈਫ ਜੈਕਟ ਜੁਗੜਾ ਦਾ ਕੋਈ ਸੀਨ ਨਹੀਂ ਹੈਗਾ। ਤੇ ਨਹੀਂ ਦਲਦਲ ਜੀ ਕਿੱਥੋਂ? ਦਲਦਲ ਤੁਹਾਨੂੰ ਪਤਾ ਕਿ ਤੁਹਾਨੂੰ ਅੱਜ ਇਹ ਪਤਾ ਉਸਤਾਦ ਜੀ ਦਲਦਲ ਕਾਹਦੀ ਬਣਦੀ ਹੈ? ਹਾਂਜੀ ਭਾਜੀ, ਇਹ ਚੂਨੇ ਦੀ ਬਣਦੀ ਭਾਜੀ, ਕਾਹਦੀ ਬਣਦੀ? ਚੂਨੇ ਦੀ। ਇਹ ਡਰਾਈ ਫੂਡ ਦੀ ਪਾਉਂਦੀ, ਕਾਲੀ ਮਿਰਚ ਪੈਂਦੀ ਵਿੱਚ। ਉਹ ਨਹੀਂ ਥਲੀਏ ਦੀ ਬਣਦੀ ਆ। ਨਹੀਂ ਯਾਰ, ਆ ਕਸਟਰਡ ਹੀ ਬੁੱਸ ਜਾਂਦਾ, ਉਹਦੀ ਬਣਦੀ ਆ। ਨਹੀਂ। ਕਸਟਰਡ ਸੁੱਟਦੇ ਰਹਿੰਦੇ, ਜਮਾ ਉਹ ਹੁੰਦਾ ਭਰਾਵਾ, ਰਹਿੰਦਾ। ਆ ਮਾਰਕੀ ਵਾਲਾ ਜਿਹੜਾ ਸਾਲ ਤੁਹਾਨੂੰ ਖਰਾਬ ਤੋਂ ਸੁੱਟਦੇ, ਉਹ ਸਾਰੀ ਦਲਦਲ ਹੀ ਬਣਦੀ ਆ। ਹਾਂ, ਉਹ ਇਹਦਾ ਗਾਣਾ ਵੀ ਆ, ਤਲਾ ਤੁਮ ਤਲਾ ਉਹ ਯਾਰ। ਉਹ ਨਹੀਂ, ਉਹ ਤਲਾ ਤੂੰ ਮਾਵੇ। ਓਏ ਗਾਣਾ ਉਹ ਤਲ 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 ਦੇਖਾ ਮੈਨੇ ਚਾਂਜਰੋ ਕੇ, ਉਹ ਗਾਣਾ। ਹਾਂਜੀ, ਇਹ ਬੁੱਸੀ ਦਾਲ ਦੀ ਦਲਦਲ ਬਣਦੀ ਆ ਜੀ। ਉਹ ਜਦੋਂ ਬੁੱਸ ਜਾਂਦੀ ਆ, ਉਹ ਤੇ ਨਵੀਂ ਪੈਂਦੀ ਆ, ਉਹ ਦਲਦਲ ਬਣ ਜਾਂਦੀ, ਪਾਣੀ ਬਣ ਜਾਂਦਾ ਵਾ। ਲਓ। ਚਲੋ ਭੈਣ, ਹੁਣ ਉਹਨੂੰ ਚਲੋ ਹੁਣ ਫੈਸਲ ਸਾਹਿਬ ਨੂੰ ਪੁੱਛ ਲੈਣ ਦਿਓ। ਦੱਸੋ ਜੀ ਫੈਸਲ ਸਾਹਿਬ। ਉਸਤਾਦ ਜੀ ਦਲਦਲ ਕਾਹਦੀ ਬਣਦੀ ਮੈਂ ਤੁਹਾਨੂੰ ਦੱਸਣਾ। ਮੱਟੀ, ਗਾਰਾ, ਰੇਤ, ਸੀਮਟ। ਕੈਚਅਪ, ਮਾਇਓਨੀਜ਼, ਸਲਾਦ ਤੇ ਓਏ ਉਹ ਇਹਦੇ ਭਾਈ, ਵਿੱਚ ਹੋਰ ਉਹ ਹਾਂ। ਤੂੰ ਸਿੰਗਰ ਦਲਦਲ ਬਣਾਉਣ ਡਿਆ ਵਾ, ਹੈ ਜਾ। ਉਹ ਸਾਦਾ ਬਣਾਉਣੀ ਉਹਨੇ, ਮਾਇਓਨੀ, ਕੈਚਅਪ। ਇਹ ਕਿੰਨੇ ਟੀਸਪੂਨ ਪਾਉਣੇ ਜੀ? ਜ਼ਿੰਗਰ ਦਲਦਲ। ਵੀ ਆ ਦੱਸ ਯਾਰ। ਉਸਤਾਦ ਜੀ ਜਿਹੜੀ ਮਿੱਟੀ ਹੁੰਦੀ ਹੈ ਨਾ, ਮਿੱਟੀ ਗਾਰੇ ਦੇ ਵਿੱਚ ਜਦੋਂ ਜਜ਼ਬ ਹੁੰਦੀ ਹੈ ਤੇ ਥੱਲੇ ਵਾਲਾ ਪਾਣੀ ਜਿਹੜਾ ਹੁੰਦਾ, ਜ਼ਮੀਨੀ ਪਾਣੀ ਜਿਹੜਾ ਹੁੰਦਾ, ਹਾਂਜੀ, ਉਹ ਵੀ ਉਹਦੇ ਨਾਲ ਕਨਵਰਟ ਹੁੰਦਾ ਤੇ ਫਿਰ ਉਹ ਗਾਰਾ ਨੂਮਾ ਬਣ ਜਾਂਦਾ ਹੈ। ਸਖਤ ਗਾਰਾ, ਦਲਦਲ ਵਾਲਾ ਗਾਰਾ। ਇੱਕ ਮਿੰਟ ਯਾਰ, ਇੱਕ ਮਿੰਟ, ਮੈਨੂੰ ਇਹ ਲੌਜਿਕ ਸਮਝ ਆਉਂਦੇ ਕਿ ਕੈਸੀ ਖੂਬਸੂਰਤ ਲੌਜਿਕ ਫੈਸਲਨਾਮੇ ਸਾਹਿਬ ਨੇ ਦੱਸੀ ਕਿ ਅਗਰ ਤੁਸੀਂ ਦਲਦਲ 'ਚ ਡਿੱਗ ਪੈਂਦੇ ਹੋ ਤੇ ਤੁਸੀਂ ਸਭ ਤੋਂ ਪਹਿਲੇ ਨਾ ਉੱਥੋਂ ਬਾਹਰ ਨਿਕਲਣਾ ਵਾ।
ਵਾਹ 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 ਯਾਰ ਕੀ ਕਹਿਣੇ। ਉੱਤੋਂ ਸਭ ਤੋਂ ਪਹਿਲੇ ਤੁਸੀਂ ਉੱਥੋਂ ਬਾਹਰ ਨਿਕਲਣਾ ਵਾ, ਤੁਸੀਂ ਸਭ ਤੋਂ ਪਹਿਲੇ ਦਰਖਤ ਲੱਭਣਾ ਵਾ, ਤੁਸੀਂ ਕੋਸ਼ਿਸ਼ ਕਰਨੀ ਹੈ ਪਹਿਲੀ ਕਿ ਤੁਸੀਂ ਉੱਥੋਂ ਬਾਹਰ ਨਿਕਲਣਾ ਵਾ। ਵਾਹ ਵਾਹ। ਅਗਲੇ ਕੰਮ ਫਿਰ ਤੁਸੀਂ ਬਾਅਦ ਚ ਸੋਚਣਾ। ਉਹ ਸਾਲਿਆ ਜਦੋਂ ਬਾਹਰ ਨਿਕਲ ਆਏ ਤੇ ਅਗਲਾ ਕੰਮ ਕਿਹੜਾ ਸੋਚਣਾ ਫਿਰ? ਇੱਕ ਮਿੰਟ, ਇਹ ਤਾਂ ਗੱਲ ਲੰਘ ਗਈ ਸੀ ਕਿੰਨੀ ਦੇਰ ਦੀ। ਅੱਛਾ ਨੂੰ ਹੁਣ ਯਾਦ ਆਈ। ਨਹੀਂ ਮੇਰੇ ਜੀ ਜੀ ਨਹੀਂ ਮੈਂ ਹਿਸਾਬ ਲਾ ਰਿਹਾ ਕਿ ਫੈਸਲ ਸਾਹਿਬ ਬੜਾ ਤਰੀਕਾ ਦੱਸ ਰਹੇ ਨੇ ਕਿ ਸਭ ਤੋਂ ਪਹਿਲੇ ਗਿਰਫਤ ਮਜ਼ਬੂਤ ਰੱਖਣੀ ਹੈ, ਉਸ ਤੋਂ ਬਾਅਦ ਤੁਸੀਂ ਨਾ ਟਹਿਣਾ ਲੱਭ ਕੇ ਨਾ ਕੋਈ ਸਭ ਤੋਂ ਪਹਿਲੀ ਕੋਸ਼ਿਸ਼ ਕਰਨੀ ਹੈ ਕਿ ਤੁਸੀਂ ਦਲਦਲ ਚੋਂ ਬਾਹਰ ਨਿਕਲਣਾ। ਲੈ ਹਾਂਜੀ ਉੱਤੋਂ ਹੋਰ ਇੱਕ ਗੱਲ ਕੀਤੀ। ਅੱਗੋਂ ਕਹਿ ਰਿਹਾ ਜਿੱਦਾਂ ਮਰਜ਼ੀ ਨਿਕਲਣਾ ਵਾ, ਇਹ ਤੁਹਾਡੀ ਸਿਰ ਪੀੜ ਹੈ, ਬਸ ਬਾਹਰ ਨਿਕਲਣਾ। ਇਹ ਤਰੀਕਾ ਦੱਸ ਰਿਹਾ ਸਾਨੂੰ। ਹਾਂਜੀ ਅੰਡਰਪਾਸ ਚ ਬੜੇ ਆ ਦੱਸੋ। ਉਸਤਾਦ ਜੀ ਸੱਚੀ ਮੁੱਚੀ ਬੜੇ ਬੜੇ ਤਰੀਕੇ ਹੈਗੇ ਨੇ ਦਲਦਲ ਚੋਂ ਨਿਕਲਣ ਦੇ ਨਾ। ਉਹ ਬੀਅਰ ਗਲੇਡਸ ਤੁਸੀਂ ਉਹ ਵੇਖਿਆ ਕਰੋ ਡਿਸਕਵਰੀ ਦੇ, ਉਹ ਬੰਦਾ ਬੜੇ ਤਰੀਕੇ ਦੱਸਦਾ ਹੈ ਕਿ ਦਲਦਲ ਚ ਤੁਸੀਂ ਰਹੋਗੇ। ਉਹਨੇ ਕਿਹਾ ਜੀ ਆਪਣਾ ਜਿਸਮ ਢਿੱਲਾ ਛੱਡ ਦੇਣਾ, ਅੱਛਾ ਠੀਕ ਹੈ, ਤੁਸੀਂ ਜਿੰਨਾ ਲੱਤਾਂ ਨਹੀਂ ਮਾਰਨੀਆਂ, ਲੱਤਾਂ ਤੁਸੀਂ ਦਲਦਲ ਚ ਮਾਰੋਗੇ ਤੁਸੀਂ ਥੱਲੇ ਆਈ ਜਾਓਗੇ, ਬਾਹਾਂ ਮਾਰਨੀਆਂ ਇੰਨਾ ਹੀ ਕਰਕੇ, ਠੀਕ ਹੈ, ਤੇ ਉਹ ਤੁਸੀਂ ਬਾਹਰ ਆ ਜਾਓਗੇ। ਸੱਚੀ ਮੁੱਚੀ ਗੱਲ ਹੈ। ਉਹਨੇ ਜੰਗਲ ਦੇ ਵਿੱਚ ਬੜੇ ਤਰੀਕੇ ਦੱਸੇ। ਉਸਤਾਦ ਜੀ ਜਿਹੜਾ ਉਹਨੇ ਤਰੀਕਾ ਦੱਸਿਆ ਨਾ ਸ਼ੇਰ ਵਾਲਾ, ਉਹ ਉਸਤਾਦ ਜੀ ਮੇਰੇ ਜ਼ਿਹਨ 'ਚ ਜੇ ਪੰਜ ਫੈਸਲ ਇੱਕ ਤਰ੍ਹਾਂ ਆਪਣੇ ਘਰ ਬਹਿ ਕੇ ਵਿਹੜੇ 'ਚ ਬੱਚੇ ਨੇ ਬਹਿ ਕੇ ਕਹਿੰਦਾ ਸੀ ਯਾ ਅੱਲਾ ਆਪਣੇ ਦਰਦ ਚੋਂ ਕੱਢ ਦੇ। ਨਹੀਂ ਹੁਣ ਬੰਦਾ ਜੰਗਲ 'ਚ ਜਾਣ ਦਿਆ ਵਾ। ਇੱਕ ਮਿਸਾਲ ਹੈ, ਬੰਦਾ ਜੰਗਲ 'ਚ ਜਾ ਰਿਹਾ ਸ਼ਾਰਟਕਟ, ਆਹੋ ਅੱਗੋਂ ਸ਼ੇਰ ਟੱਕਰ ਗਿਆ, ਵੇ ਕੀ ਕਰੂਗਾ ਬੰਦਾ ਦੱਸੋ। ਦੱਸਿਆ ਉਹਨੇ, ਬੀਅਰ ਗਲੇਡ ਨੇ ਦੱਸਿਆ ਕੀ ਦੱਸਿਆ? ਸ਼ੇਰ ਦੀਆਂ ਕਦੇ ਵੀ ਅੱਖਾਂ 'ਚ ਅੱਖਾਂ ਨਹੀਂ ਪਾਣੀਆਂ, ਤੁਸੀਂ ਨੀਵੀਂ ਪਾ ਕੇ ਖਲੋਣਾ। ਓਏ ਉਹਨੂੰ ਅਸ਼ੂਬੇ ਚਸ਼ਮ ਹੋਇਆ ਵੀ ਅੱਖਾਂ 'ਚ ਅੱਖਾਂ ਨਹੀਂ ਪਾਉਣੀਆਂ। ਨਹੀਂ ਨੀਵੀਂ ਪਾ ਕੇ ਕਰਾਉਣਾ ਜੀ। ਨੀਵੀਂ ਪਾ ਕੇ ਖਲੋਣਾ ਸ਼ੇਰ ਅੱਗੇ। ਉਹ ਲੇਕਿਨ ਉਹਨੂੰ ਅਸ਼ੂਬੇ ਚਸ਼ਮ ਹੋਇਆ ਕਹਿੰਦਾ। ਆਪ ਹੀ ਸਾਨੂੰ ਵੀ ਹੋ ਜਾਣਾ ਵੀ ਅੱਖਾਂ 'ਚ ਅੱਖਾਂ ਕਿਉਂ ਨਹੀਂ ਪਾਉਣੀਆਂ, ਮੇਰੇ ਭਾਈ ਆ। ਨਹੀਂ ਸ਼ੇਰ ਵੈਲਡਿੰਗ ਕਰਨ ਦਿਆ ਅੱਗੇ। ਨਹੀਂ। ਓਹੋ ਮਿੱਠੇ ਦੀ ਗੱਲ ਸੁਣੋ। ਮਿੱਠਾ ਸਾਹਿਬ ਕਹਿੰਦੇ ਅਸੀਂ ਪੂਰੇ ਭਾਈ ਆ। ਓਹੋ ਨੱਕ ਗਈ ਸੀ ਬੜੀ ਸੋਹਣੀ, ਬੜੀ ਸੋਹਣੀ। ਓਹੋ ਬੈਠੇ ਪ੍ਰੋਗਰਾਮ ਅੱਖਾਂ ਚੱਖਾਂ ਕਿਉਂ ਨਹੀਂ ਕਹਿੰਦਾ, ਅੱਖਾਂ ਚੱਖਾਂ ਕਿਉਂ ਨਹੀਂ ਪਾਉਣੀਆਂ, ਇਹ ਅਸੀਂ ਪੂਰੇ ਭਾਈ ਆ। ਓਹੋ ਉਹ ਤੂੰ ਬਿੱਲੀ ਦੀ ਅੱਖਾਂ ਚੱਖਾਂ ਪਾਵੇਂ ਨਾ ਤੇ 25-30 ਵਾਰੀ ਇੱਕ ਸਕਿੰਟ ਚ ਝਮਕ ਲੈਣਾ ਉਹਨਾਂ ਨੂੰ। ਉਸਤਾਦ ਜੀ ਹੁਣ ਭਾਈ ਫੈਸਲੇ ਨੂੰ ਗੱਲ ਕੀਤੀ ਵੀ ਭਾਈ ਫੈਸਲੇ ਪੂਰਾ ਨਹੀਂ ਇਹ ਭਾਈ ਫੈਸਲੇ ਅੱਖਾਂ ਚੱਖਾਂ ਕਿਉਂ ਨਹੀਂ ਪਾਉਣੀਆਂ, ਇਹਦੀ ਕੋਈ ਲੋਜਿਕ, ਇਹਦੀ ਕੋਈ ਵਜ੍ਹਾ ਠੀਕ ਹੈ ਨਾ। ਕੀ? ਸ਼ੇਰ ਕਦੇ ਵੀ ਆਪਣੇ ਬਰਾਬਰੀ ਬਰਦਾਸ਼ਤ ਨਹੀਂ ਕਰਦਾ। ਜਿੰਨੇ ਵੀ ਉੱਚੀ ਜਿੰਨੀਆਂ ਵੀ ਬਰਾਦਰੀਆਂ, ਠੀਕ ਹੈ, ਬਰਾਦਰੀ ਕਹਿੰਦੇ ਨੇ ਸਭ ਨੂੰ ਪਿਆਰੀ ਹੁੰਦੀ। ਉਹ ਭਾਜੀ ਉਸਤਾਦ ਜੀ ਹੁਣ ਦੇਖੋ ਹੁਣ ਗੁੰਮਰਾਹੀ ਫੈਲਾ ਰਹੇ ਕਿ ਨਹੀਂ ਫੈਲਾ ਰਹੇ। ਲਓ ਜੀ ਗੁੰਮਰਾਹੀ, ਸ਼ੇਰ ਦੀਆਂ ਅੱਖਾਂ 'ਚ ਅੱਖਾਂ ਨਹੀਂ ਪਾਣੀਆਂ। ਆਜਜ਼ੀ ਨਾ ਰੋਗੇ ਨਾ ਜੋ ਦਰਖਤ ਨੂੰ ਬਲ ਲੱਗਦਾ। ਲਓ ਜੀ ਜੇ ਸ਼ੇਰ ਜੀ ਅੱਗੇ ਨਾ ਹੋਵੇ ਫਿਰ ਦੱਸੋ, ਨਬੀਨਾ ਹੋਵੇ ਫਿਰ ਅੱਖਾਂ ਚੱਖਾਂ ਪਾ ਲਈਏ। ਸ਼ੇਰ ਦੀਆਂ ਤੁਸੀਂ ਅੱਖਾਂ 'ਚ ਅੱਖਾਂ ਪਾਓਗੇ ਨਾ, ਉਹਨੂੰ ਇੰਜ ਲੱਗਣਾ ਕਿ ਹਮਲਾ ਕਰਨ ਆ ਰਿਹਾ, ਕਿਉਂਕਿ ਸ਼ੇਰ ਦਾ ਮਾਈਂਡ ਇੱਕ ਹੀ ਹੁੰਦਾ ਹੈ। ਉਹ ਕੋਈ ਵੀ ਕਰੈਕਟਰ ਵੇਖ ਲੈ, ਕਿ ਭਾਵੇਂ ਬੰਦਾ ਵੇਖ ਲੈ, ਹਾਥੀ ਵੇਖ ਲੈ, ਜਾਨਵਰ ਕੁਝ ਵੀ ਵੇਖ ਲੈ, ਉਹਨੇ ਕਹਿਣਾ ਭੋਜਨ ਹੈ। ਠੀਕ ਹੈ, ਕੀ ਕਹਿਣਾ? ਉਹਦੇ ਜ਼ਿਹਨ 'ਚ ਆਣਾ ਭੋਜਨ, ਇਹ ਮੇਰਾ ਖਾਣਾ ਖੁਰਾਕ ਹੈ। ਠੀਕ ਹੈ ਉਸਤਾਦ ਜੀ ਇਹਨਾਂ ਨੇ ਆਪਣੇ ਭਰਾ ਨੂੰ ਕਿਹਾ ਸ਼ੇਰ ਅੱਗੇ ਤਕਬਰ ਨਹੀਂ ਕਰਨਾ, ਅੱਖਾਂ 'ਚ ਅੱਖਾਂ ਨਹੀਂ ਪਾਉਣੀਆਂ, ਆਜੀ ਨਾ ਰਹਿਣਾ। ਉਹ ਇੱਥੇ ਵਿਚਾਰਾ ਆਜੀ ਦਾ ਸ਼ੇਰ ਦੇ ਅੱਗੇ ਗਿਆ ਵਾ, 5 ਮਿੰਟਾਂ ਬਾਅਦ ਦੂਜਾ ਭਰਾ ਕਹਿੰਦਾ ਜਾਓ ਜੀ ਉਹ ਆਜਸ ਦੀ ਲਾਸ਼ ਚੁੱਕ ਲਿਓ ਜਾ ਕੇ। ਸ਼ੇਰ ਖਾ ਗਿਆ। ਠੀਕ ਹੈ, ਅੱਖਾਂ 'ਚ ਅੱਖਾਂ ਨਹੀਂ ਪਾਣੀਆਂ। ਹਾਂਜੀ ਸ਼ੇਰ ਤੁਹਾਡੇ ਵੱਲ ਵੇਖ ਕੇ ਨਾ, ਉਸਤਾਦ ਜੀ ਸ਼ੇਰ ਦੀ ਇੱਕ ਖਸੂਸੀਅਤ ਮੈਂ ਤੁਹਾਨੂੰ ਦੱਸਾਂ। ਹਾਂਜੀ ਹਮੇਸ਼ਾ ਸ਼ੇਰ ਖਲੋਤਾ ਹੋਏਗਾ ਨਾ ਜਦੋਂ, ਤੇ ਇੱਕ ਕਰੈਕਟਰ ਨੇ 4 ਸਟੈਪ ਅੱਗੇ ਜਾਣਾ ਨਾ ਜਦੋਂ, ਉਹਨੇ ਪਿੱਛੇ ਜਾਣਾ ਹੈ। ਤੇ ਸ਼ੇਰ ਨੇ ਫੇਰ ਅੱਗੇ ਆਣਾ। ਹਾਂ ਤੁਸੀਂ 4 ਸਟੈਪ ਅੱਗੇ ਨਹੀਂ ਜਾਣਾ ਕਦੇ ਵੀ, ਹਾਂਜੀ ਤੁਸੀਂ ਉਹ ਪਿੱਛੇ ਆਪੇ ਹੀ ਜਾਣਾ। ਆਏਗਾ। ਪਿੱਛੇ ਕਿਸੇ ਨੇ ਉੱਠਣਾ ਨਹੀਂ ਭਾਜੀ। ਭਾਈ ਸ਼ੇਰ ਭਾਜੀ ਆਪ ਹੀ ਆਉਣਗੇ ਤੁਹਾਡੇ ਕੋਲ। ਤੇ ਉਸ ਤੋਂ ਬਾਅਦ ਸ਼ੇਰ ਅੱਗੇ ਕਦੇ ਨੱਸਣਾ ਨਹੀਂ ਉਸਤਾਦ ਜੀ। ਹਾਂਜੀ ਸਿੱਧਾ ਤੁਸੀਂ ਨੱਸੋਗੇ ਨਾ, ਮਿੰਟ 'ਚ ਫੜ ਲੇਗਾ, ਵਿੰਗਾ ਨੱਸਣਾ ਜ਼ਿਗ ਜ਼ੈਗ ਕਰਕੇ। ਹਲੋ ਆ ਤਾਂ ਕਿ ਜ਼ਰਾ ਉਹਨੂੰ ਥੋੜੀ ਮਿਹਨਤ ਤੇ ਕਰਨੀ ਪਵੇ ਨਾ, ਫੜ ਤੇ ਉਹਨੇ ਲੈਣਾ ਹੀ ਆ। ਆਹੋ ਵੀ ਖਾ ਤੇ ਜਾਣਾ ਹੀ ਆ, ਥੱਕੇ ਤਾਂ ਸਹੀ। ਉਹਨੂੰ ਪਤਾ ਤਾਂ ਲੱਗੇ ਬੜਾ ਫਰਤੀਲਾ ਵਾ। ਹਕੀਕਤ ਗੱਲ ਜੇ ਤੁਹਾਨੂੰ ਨਹੀਂ ਤੇ ਐਪਲੋ ਕਲੈਪਟੋ ਫਿਲਮ ਵੇਖ ਲਓ, ਕਿਹੜੀ? ਉਹ ਤੀਰ ਮਾਰਦੇ ਜਿਹੜੇ ਉਹ ਹੀਰੋ ਨਹੀਂ ਜਾਂਦਾ, ਨਹੀਂ ਵੱਜਦੇ, ਉਹਦੇ ਵੱਜ ਜਾਂਦਾ। ਤੁਸੀਂ ਸ਼ੇਰ ਅੱਗੇ ਕਦੇ ਸਿੱਧਾ ਨਹੀਂ ਨੱਸਣਾ। ਹਾਂਜੀ ਸ਼ੇਰ ਅੱਗੇ ਬਾਸੀ ਵੀ ਨਹੀਂ ਲੈਣੀ ਜੀ। ਹਾਂਜੀ ਉਹ ਕਿਹੜਾ ਪਾਗਲ ਦਾ ਪੁੱਤਰ ਆ ਯਾਰ ਜਿਹੜਾ ਸ਼ੇਰ ਨਾਲ ਨੱਸ ਪਏਗਾ, ਦੱਸ ਮੈਨੂੰ। ਨਹੀਂ, ਕਈ ਨੱਸ ਪੈਂਦੇ ਨੇ ਨਾ, ਨੱਸਣਾ ਨਹੀਂ ਤੇ ਨਾਲੇ ਅੱਖਾਂ 'ਚ ਅੱਖ ਨਹੀਂ ਪਾਣੀ। ਅੱਛਾ ਇੱਕ ਮਿੰਟ ਠਹਿਰ ਜਾਓ। ਮਿੱਠਾ ਜੀ ਇੱਕ ਮਿਸਾਲ ਆ, ਤੁਸੀਂ ਤੁਰੇ ਜਾ ਰਹੇ, ਅਚਾਨਕ ਤੁਹਾਡੇ ਅੱਗੇ ਸ਼ੇਰ ਆ ਗਿਆ, ਸਭ ਤੋਂ ਪਹਿਲੇ ਕੀ ਕਰੋਗੇ? ਲੈ
ਕਲਮਾ ਪੜੂਗਾ ਹੋਰ ਕੀ ਕਰੂਗਾ। ਉਸਤਾਦ ਜੀ ਇਹ ਮੇਰੀ ਸੁਣੋ ਗੱਲ, ਨਡਰ ਬੇਬਾਕ ਕੀ ਆਦਤ ਆ ਅੱਲਾ ਦੇ ਹੁਕਮ ਨਾਲ। ਜਨਮ ਗੱਲ ਹੈ ਸ਼ੇਰ ਮੇਰੇ ਅੱਗੇ ਅੱਜ ਮੈਂ ਉਸਤਾਦ ਜੀ ਜੱਟ ਬਰਾਦਰੀ ਤੁਹਾਨੂੰ ਪਤਾ ਨੱਕ ਨਹੀਂ ਕਟਾਵਾਂਗਾ। ਹਾਂਜੀ। ਸਭ ਤੋਂ ਪਹਿਲੇ ਸ਼ੇਰ ਦਾ ਰਿਕੁਐਸਟ ਕਰਾਂਗਾ ਹਾਂਜੀ, ਉਹਨੇ ਸ਼ੇਰ ਨੇ ਲੁੱਗੀ ਪਾ ਲੈਣੀ ਹੈਗੀ ਵੀ ਦੇਖਦਾ ਨਾ ਤੇਰਾ ਸਾਡਾ ਕੋਈ ਰੌਲਾ। ਪਹਿਲੇ ਗੱਲ ਕਰੀ ਦਲੈਲ ਦੇ ਨਾਲ, ਦਲੈਲ ਨੂੰ ਸਮਝਾਵਾਂਗੇ ਨਾ ਤੇਰਾ ਸਾਡਾ ਰੌਲਾ ਨਾ ਸਾਡਾ, ਨਾ ਕੋਈ ਜ਼ਮੀਨ ਵੱਡੀ ਨਾ ਜਾਇਦਾਦ ਵੱਡੀ, ਨਾ ਤੇਰੇ ਬੱਚੇ ਨੂੰ ਕੁਛ ਕਿਹਾ ਨਾ ਸਾਡੇ ਬੱਚੇ ਨੂੰ ਕੁਛ ਕਹਿਣਾ ਵਾ। ਨਹੀਂ ਉਹ ਤੈਨੂੰ ਕਵੇ ਕਿ ਯਾਰ ਨਹੀਂ ਮੈਂ ਤੈਨੂੰ ਖਾਣਾ ਵਾ। ਹਾਂ, ਮੈਨੂੰ ਕਾਹਤੋਂ ਖਾਣਾ ਵਾ? ਤੂੰ ਚੁੱਪ ਕਰਕੇ ਬੋਤਲ ਮੰਗਾ ਕੋਕ ਦੀ ਲੀਟਰ ਦੀ, ਮੈਂ ਆ ਜਾਓ ਖਾ ਦੇ ਬਿਸਮਿਲ੍ਲਾ। ਵੀ ਮੈਂ ਕਹਿੰਦਾ ਵੀ ਚਿਕਨ ਸ਼ੈਸ਼ਲੀਕਾ ਮਿੱਠਾ ਉਹਦੇ ਸਾਹਮਣੇ ਕਹਿੰਦਾ ਠੀਕ ਹੈ ਭਾਜੀ, ਕੈਚਅਪ ਮੰਗਾ ਕੇ ਨਾ ਆਪਣੇ ਉੱਤੇ ਪਾ ਰਿਹਾ ਕੈਚਅਪ। ਆਲੋ ਭਾਜੀ ਬਿਸਮਿਲ੍ਲਾ। ਮੈਂ ਉਹਨੂੰ ਕਹੂੰਗਾ ਖਾ ਲਾ, ਲੇਕਿਨ ਮੇਰੇ ਘਰ ਇਹ ਚ ਭਾਜੀ ਇੱਧਰ ਵੀ ਆਓ ਭਾਜੀ, ਆਲੋ ਬਿਸਮਿਲ੍ਲਾ, ਆਲੋ ਭਾਜੀ। ਆ ਚਾਹ ਕਿਆ ਹੋਇਆ ਭਾਜੀ ਵਾਸਤੇ? ਆਓ ਨਹੀਂ ਉਸਤਾਦ ਜੀ, ਤੁਸੀਂ ਜੋ ਜਾ ਰਹੇ ਹੋ ਤੇ ਅੱਗੇ 2 ਸ਼ੇਰ ਆ ਗਏ ਤਾਂ ਤੁਸੀਂ ਕੀ ਕਰੋਗੇ? ਤੁਹਾਡਾ ਕੀ ਰੱਦੇ ਬਣਾਉਣਾ ਚਾਹੀਦਾ ਹੈ? ਹਾਂ ਦੇਖੋ, ਮੈਂ ਸਭ ਤੋਂ ਪਹਿਲੇ ਨਾ ਡਰ ਕੇ ਮਰ ਜਾਵਾਂਗਾ। ਇਸ ਤੋਂ ਬਾਅਦ ਕੀ ਕਰੋਗੇ? ਨਹੀਂ ਅੱਛਾ। ਦੇਖੋ ਮੇਰੇ ਬਾਅਦ ਚ ਉਹ ਕਰਨਗੇ ਜੋ ਕਰਨਾ, ਮੈਂ ਤੇ ਨਹੀਂ ਕਰਨਾ। ਫਿਰ ਮੈਂ ਨਾ ਮਰਨ ਦੀ, ਮੇਰੀ ਗੱਲ ਸੁਣੋ, ਸ਼ੇਰ ਨੂੰ ਆਦਤ ਆ ਸ਼ਿਕਾਰ, ਆਪ ਸ਼ਿਕਾਰ ਕਰਕੇ ਖਾਣ ਦੀ। ਸਹੀ। ਉਹ ਮਰਦਾਰ ਨਹੀਂ ਖਾਂਦਾ, ਮਰਿਆ ਜਾਨਵਰ ਨਹੀਂ ਖਾਂਦਾ ਸ਼ੇਰ। ਮੇਰੇ ਕੋ ਜ਼ਿੰਦਗੀ ਬਚਾਉਣ ਦਾ ਤਰੀਕਾ ਸਿਰਫ ਇਹ ਹੋਏਗਾ ਕਿ ਮੈਂ ਉਹਨਾਂ ਦੇ ਸਾਹਮਣੇ ਮਰ ਜਾਵਾਂਗਾ ਸੱਚੀ ਮੁੱਚੀ, ਤੇ ਫਿਰ ਮੈਂ ਬਚ ਜਾਵਾਂਗਾ। ਦੇਖੋ ਸ਼ੇਰ ਨੇ ਨਾ ਮੁਕੇ ਮਾਰਨੇ, ਉਹਨਾਂ ਨੇ ਕਹਿਣਾ ਓਏ ਆਟਮਾ ਰਿਛ ਨਾ ਕਰਿਆ ਕਰੋ। ਤਾਲ ਦੇ ਕੇ ਸ਼ੇਰ ਨੇ ਆਉਣਾ ਵਾ ਤੇ ਸ਼ੇਰ ਨੇ ਕਹਿਣਾ ਉਹ ਸ਼ੇਰ ਨੇ ਕਹਿਣਾ ਚੁੱਪ ਕਰੋ ਭੈਣ, ਚੈਨਲ ਬਣਾਉਣ ਆਇਆ ਵਾ, ਤੁਹਾਡੀ ਮਿਹਰਬਾਨੀ ਕੋਈ ਵੀਡੀਓ ਪਾ ਦਿਓ। ਜਾਂ ਉਸਤਾਦ ਜੀ ਸ਼ੇਰ ਅੱਗੇ ਖੱਪ ਪਾਓ, ਜਿੰਨੀ ਹੋ ਸਕਦਾ ਖੱਪ ਪਾਓ, ਚੀਕਾ ਮਾਰੋ। ਸ਼ੇਰ ਕਭੀ ਉਹ ਹਾਂ ਪਾਗਲ ਜਿਹਾ ਕਿੱਥੋਂ ਆ ਗਿਆ। ਉਹ ਭਾਈ ਮਾਫੀ ਦੇ ਦਿਓ, ਬੱਚੇ ਸੁੱਤੇ ਪਏ, ਉੱਠੋ ਚੱਲ ਦੌੜ ਜਾ, ਚੱਲ ਉਹ ਜੰਗਲ ਚੋਂ ਕੱਢ ਦੇ, ਮੇਰੇ ਕੋ ਬਾਹਰ ਕੱਢ ਜਿੰਨੀ ਕੇ ਮਾਨੂੰ। ਖੱਪ ਪਾਓਗੇ ਨਾ, ਸ਼ੇਰ ਉਸਤਾਦ ਜੀ ਤੁਹਾਡੇ ਅੱਗੇ ਨਹੀਂ ਟਿਕ ਸਕਦਾ। ਨਹੀਂ ਸ਼ੇਰ ਅੱਗੇ ਆ ਜਾਵੇ ਨਾ, ਚੁੱਪ ਕਰਕੇ ਖਲੋ ਜੋ, ਨਹੀਂ ਚੁੱਪ ਕਰਕੇ ਹਲਚਲ ਨਾ ਕਰੋ, ਬਲਕਿ ਲੰਮੇ ਪੈ ਜਾਓ। ਤੁਹਾਡੇ ਕੋਲ ਆ ਕੇ ਸੁੰਗਣ ਵੀ ਲੱਗ ਪਏ ਤਾਂ ਵੀ ਹਿੱਲੋ ਨਾ। ਉਹ ਹਿਲਦੀ ਸ਼ੈ ਨੂੰ ਫੜਦਾ, ਜਦੋਂ ਹਿਲਦੀ ਨਾ ਉਹਨੂੰ ਫਿਰ ਉਹ ਝਪੱਟਾ ਮਾਰਦਾ। ਜਦੋਂ ਸ਼ੇਰ, ਮੇਰੀ ਗੱਲ ਸੁਣੋ, ਜਦੋਂ ਸ਼ੇਰ ਅੱਗੇ ਆ ਜਾਵੇ ਨਾ ਤੁਹਾਡੇ, ਇੱਕਦਮ ਤੁਸੀਂ ਜਾ ਰਹੇ ਅੱਗੇ ਸ਼ੇਰ ਆ ਗਿਆ, ਉਸਤਾਦ ਜੀ ਉਹਨੂੰ ਸਿੱਧਾ ਕਹੋ, ਉਹਨੂੰ ਕਹੋ ਵੀ ਹੁਣ ਮਤਲਬ ਲੜਾਈ ਕਰਨੀ ਹੈ, ਬਹਿ ਕੇ ਗੱਲ ਕਰਨੀ। ਫਿਰ ਉਹ ਕਹਿੰਦਾ ਮੈਂ ਕੀ ਗੱਲ ਕਰਨੀ। ਉਹ ਕਹੇ ਜਿੱਦਾਂ ਮਰਜ਼ੀ ਕਰ ਲਾ, ਉਹਨੂੰ ਕਹਾ ਜਾ ਬਹਿ ਕੇ ਕਰਦੇ। ਹਾਏ ਨਹੀਂ ਉਸਤਾਦ ਜੀ ਸੀਰੀਅਸਲੀ, ਕਈ ਜਿਹੜੇ ਹੁੰਦੇ ਨੇ ਉਹ ਥਾਲ ਵਜਾਉਣ ਲੱਗ ਪੈਂਦੇ ਨੇ ਸ਼ੇਰ ਅੱਗੇ। ਹਾਂਜੀ ਆਇਓ, ਲੰਗਰ ਖੁੱਲ ਗਿਆ ਵਾ। ਜੋ ਸ਼ੇਰ ਨਹੀਂ ਆਉਂਦਾ ਹੈਗਾ, ਥਾਲ ਉੱਥੇ ਕਿਹੜੇ ਟਾਈਮ ਹੁੰਦਾ ਭਾਜੀ? ਹੋਰ ਕੀ ਤੋਂ ਹੋ ਬੜੀ ਗਿਆ? ਅਲਰਜੀ ਆ। ਉਹ ਭਾਈ ਅੱਛਾ ਅਬਾਸ ਤੇਰੇ ਅੱਗੇ ਸ਼ੇਰ ਆ ਜਾਵੇ ਇੱਕਦਮ, ਕੀ ਕਰੇਗਾ? ਇਹ ਚੁੱਪ ਕਰ ਜਾਏਗਾ। ਤਾਂ ਜੀ ਸਭ ਤੋਂ ਪਹਿਲੇ ਮੈਂ ਲੋਕੇਸ਼ਨ ਔਨ ਕਰਾਂਗਾ ਤਾਂ ਕਿ ਮਰ ਗਿਆ ਘਰਦਿਆਂ ਨੂੰ ਪਤਾ ਚੱਲ ਜੇ। ਇੱਕ ਗੱਲ ਅੱਛਾ ਹੋਰ ਉਹਨੇ ਉਸਤਾਦ ਜੀ, ਸ਼ੇਰ ਨੇ ਇਹਨੂੰ ਖਾਣਾ ਭਲਾ? ਉਹਨੂੰ ਪਹਿਲੇ ਤੇ ਸ਼ੇਰ ਦਾ ਹਿਸਾਬ ਸੋਚੋ। ਹਾਂਜੀ, ਸ਼ੇਰ ਨੇ ਇਹਨੂੰ ਖਾ ਕੇ ਘਰ ਜਾ ਕੇ ਮੈਂ ਟਾਫੀ ਖਾ ਕੇ ਆਇਆ ਅੱਜ। ਸ਼ੇਰ ਨੇ ਇਹਨੂੰ ਖਾ ਕੇ ਫਿਰ ਘਰ ਫੋਨ ਕਰਨਾ ਆਪਣੀ ਬੇਗਮ ਨੂੰ, ਰੋਟੀ ਬਣਾ, ਮੈਂ ਆਉਣ ਡਿਆ ਵਾਂ, ਮੈਂ ਭੁੱਖਾ ਰਹਿ ਗਿਆ। ਇਹਨੂੰ ਕੀ ਖਾਊਗਾ ਯਾਰ, ਮੇਰੀ ਨਹੀਂ ਸਮਝ ਆ ਰਿਹਾ। ਉਹ ਦਿਲ ਕਰੇ 2-3 ਚੱਕ ਮਾਰ ਕੇ ਉਹਨੂੰ ਕਹੇ ਚੱਲ ਦੌੜ ਜਾਏ। ਤਾਂ ਜੀ ਮੈਨੂੰ ਖਾ ਕੇ ਉਹਨੇ ਕਹਿੰਦਾ ਰਾਜ ਕੋ ਬੰਦਿਆਂ ਦੀ ਗਰੇਵੀ ਡਿੱਗੀ ਸੀ। ਸ਼ੇਰ ਨੇ ਇਹਨੂੰ ਖਾ ਕੇ ਬਾਕੀ ਸ਼ੇਰ ਨੂੰ ਕਰਾਓ ਯਾਰ ਇੱਕ ਸ਼ਵਾਰਮਾ ਵੀ ਖਾਈਏ। ਨਹੀਂ ਕਹਿੰਦਾ ਮੈਨੂੰ ਖਾ ਕੇ ਉਹਦੇ ਘਰ ਜਾ ਕੇ ਕਹਿਣਾ ਬੇਗਮ ਮੈਂ ਜਾ ਰਿਹਾ ਸੀ ਰਸਤੇ 'ਚ ਨਾ ਇਨਸਾਨਾਂ ਦੀ ਗਰੇਵੀ ਡਿੱਗੀ ਸੀ। ਤਾਂ ਜੀ ਸ਼ੇਰ ਮੈਨੂੰ ਖਾ ਕੇ ਪਰਾਂ ਮੂੰਹ ਕਰ ਕਹਿੰਦੇ ਇਦਾਂ ਦਾ ਆਂਦੋ ਹੋਰ। ਉਸਤਾਦ ਜੀ ਨਹੀਂ, ਯਾਰ ਉਹਦੇ ਦਰਖਤ ਪਰ- ਤੇ ਚੜ ਜਾਓ, ਸ਼ੇਰ ਦਰਖਤ ਤੇ ਨਹੀਂ ਚੜ ਸਕਦਾ। ਸ਼ਰੇਰ ਦੀ ਚੜ ਹੁੰਦਾ ਜਾਂਦਾ ਵਾ। ਭਾਜੀ ਸ਼ੇਰ। ਇਹ ਸਾਰੀਆਂ ਕਹਾਣੀਆਂ ਕੁਣੀਆਂ ਬਹੁਤ ਪੁਰਾਣੀਆਂ ਸੀ। ਸ਼ੇਰ ਆਖਰੀ ਤਣੇ ਤੱਕ ਚੱਲ ਕੇ ਬਾਂਦਰ ਨੂੰ ਫੜ ਲੈਂਦਾ ਜਾ ਕੇ। ਓਏ ਉਹ ਛੱਡ ਦੇ ਚੀਤਾ ਹੈ। ਕਹਾਣੀਆਂ। ਉਹ ਚੀਤਾ ਹੈ, ਸ਼ੇਰ ਨਹੀਂ ਚੜਦਾ। ਚੀਤਾ ਸ਼ੇਰ ਚੜ ਜਾਂਦਾ, ਸ਼ੇਰ ਵੀ ਚੜ ਜਾਂਦਾ, ਸੋਹਣਾ ਦਰਖਤ ਤੇ ਚੜ ਜਾਂਦਾ। ਕੀ ਤਕਲੀਫ ਆ? ਉਹਦੇ ਕੋਲ ਕਿਉਂ ਨਹੀਂ ਚੜਿਆ ਜਾਂਦਾ? ਕਿੰਨੇ ਕਹਾਣੀ ਸੁਣਾਈ ਹੈ ਤੁਹਾਨੂੰ? ਉਸਤਾਦ ਜੀ ਕਹਿੰਦੇ ਬਿੱਲੀ ਇਹਦੀ ਮਾਸੀ ਆ ਨੇ ਇਹਨੂੰ ਚੜਨਾ ਨਹੀਂ ਸਿਖਾਇਆ ਦਰਖਤ ਤੇ। ਓਏ ਕੋਈ ਮਾਸੀ ਨਹੀਂ, ਇਹ ਗੱਲਾਂ ਬਣਾਈਆਂ ਨੇ, ਦਰਖਤ ਤੇ ਨਹੀਂ ਚੜ। ਆ ਵੇਖ ਨਹੀਂ ਜੀਓਗ੍ਰਾਫਿਕ ਵੇਖ,
ਓਏ ਇਕੱਲਾ ਨਹੀਂ ਚੜਦਾ ਸ਼ੇਰ, ਪੂਰੀ ਹਿਰਨ ਗਰਦਨ ਤੋਂ ਫੜ ਕੇ ਨਾਲ ਲੈ ਕੇ ਚੜ ਜਾਂਦਾ ਉਹਨੂੰ ਤੇ ਹਾਂਜੀ ਹਾਂਜੀ ਮੈਂ ਦੇਖਿਆ ਦਰਖਤ ਦਰਖਤ ਤੇ। ਉਹ ਭਾਜੀ ਪਹਿਲੇ ਸ਼ੇਰ ਨਹੀਂ ਸੀ ਚੜਦੇ ਹੁੰਦੇ ਦਰਖਤ ਤੇ, ਕਿਉਂਕਿ ਝਾਤੀ ਪੈਂਦੀ ਸੀ, ਹਰਨ ਹੋਣੀ ਇਤਰਾਜ਼ ਕਰਦੀਆਂ ਸੀਗੀਆਂ, ਉਹ ਹੁਣ ਚੜ ਜਾਂਦਾ ਵਾ। ਐਵੇਂ ਕਹਾਣੀਆਂ ਸੁਣਾਈਆਂ ਜੀ, ਇਹ ਬਿੱਲੀ ਮਾਸੀ ਆ ਤੇ ਉਹਨੇ ਫਲਾਣਾ ਤੇ ਉਹਨੇ ਸਾਰਾ ਕੁਝ ਸਿਖਾਤਾ। ਕਿੱਥੇ ਬਿੱਲੀ ਦੀ ਇਹ ਅਕੈਡਮੀ ਸੀ ਵੀ ਜਿੱਥੇ ਸ਼ੇਰ ਸਿੱਖਦਾ ਰਿਹਾ ਉਹਦੇ ਕੋਲ ਜਾ ਕੇ? ਉਸਤਾਦ ਜੀ ਦੱਸਦੇ ਆ ਕਿ ਇਹਦੀ ਮਾਸੀ ਸੀਗੀ ਸ਼ੇਰ ਦੀ ਬਿੱਲੀ, ਇਹਨੇ ਸਾਰਾ ਕੁਝ ਦੱਸਤਾ, ਸ਼ਿਕਾਰ ਕਰਨਾ ਦੱਸਤਾ, ਸਭ ਕੁਝ ਦੱਸਤਾ, ਇਹਨੂੰ ਦਰਖਤ ਤੇ ਚੜਨਾ ਨਹੀਂ ਸਿਖਾਇਆ। ਮਤਲਬ ਪਹਿਲੇ ਸ਼ੇਰ ਬਿਲਕੁਲ ਸਾਦਾ ਹੁੰਦਾ ਸੀ, ਇਹਨੇ ਸਿਖਾਇਆ ਉਹਨੂੰ ਸਾਰਾ ਕੁਝ। ਭਾਜੀ ਤੁਸੀਂ ਜੀਓ ਤੇ ਬਿੱਲੀ ਦਾ ਇੰਟਰਵਿਊ ਸੁਣ ਲਓ ਨਾ, ਉਹ 'ਚ ਸਾਰਾ ਕੁਝ ਦੱਸਿਆ ਉਹਨੇ। ਦਿਮਾਗ ਖਰਾਬ ਹੈ ਵੀ ਮੇਰਾ ਬਿੱਲੀ ਸ਼ੇਰ ਦੀ ਖਾਨਾ ਮੀਟਰ ਸਾਜੀ ਸਹੀ ਹਾਂਜੀ, ਉਹਨੇ ਇਹਦੀ ਗੱਲ ਨਹੀਂ ਮੰਨੀ, ਉਹਨੇ ਪੁੱਠੇ ਕੰਮਾਂ ਤੇ ਲਾਤਾ, ਉਹਨੇ ਕਿਹਾ ਜਾ ਫੇਰਦੀ ਕਰ। ਦਰਖਤ ਤੇ ਨਹੀਂ ਚੜਨਾ ਹੁੰਦਾ ਉਹਨੂੰ। ਬਿੱਲੀ ਸ਼ੇਰ ਦੀ ਉਹ ਖਾਲਾ ਵਾ। ਬਾਕੀਆਂ ਨਾਲੋਂ ਛੇਤੀ ਚੜਦਾ ਉਹ। ਭਾਜੀ ਇਹ ਕਾਲੂ ਇੰਨਾ ਠੱਕਿਆ ਸ਼ੇਰ ਲੈ ਆ, ਉਹ ਗੇਂਦਾ ਵੀ ਚੁੱਕ ਲਿਆਂਦਾ ਸੀ। ਨਹੀਂ ਕਾਲੂ ਜਿਹੜਾ ਥੱਕਿਆ ਸ਼ੇਰ ਲਾਇਆ ਤੈਨੂੰ ਬਾਹਰ ਕੱਢਣ ਦੇ, ਬਾਹਰ ਨਹੀਂ ਆਉਂਦਿਆ, ਕਹਿੰਦਾ ਸ਼ੇਰ ਬਾਹਰ ਨਹੀਂ ਆਉਂਦਾ, ਕਹਿੰਦਾ ਉਹ ਕੁੱਤਾ ਫੇਰਦਾ ਅੱਗੇ ਪਿੱਛੇ ਉਹਲੇ ਫੇਰਨਾ। ਭਾਜੀ ਕਾਲੂ ਸਰਕਸ ਵਾਲਾ ਸ਼ੇਰ ਲੈ ਆ, ਉਹ ਜੁਮੇ ਟਾਈਮ ਐਤਮਾ ਕਰਦਾ ਰਹਿੰਦਾ। ਨਹੀਂ ਸਰਕਸ ਵਾਲਾ ਸ਼ੇਰ ਲਾਇਆ, ਸਾਹਮਣੇ ਸ਼ਿਕਾਰ ਹੁੰਦਾ ਸੀ ਤੇ ਸ਼ਿਕਾਰ ਨੂੰ ਛੱਡ ਕੇ ਉੱਥੇ ਐਟਮਾ ਕਰ ਰਿਹਾ। ਐਵੇਂ ਨਹੀਂ ਭਾਈ ਸਾਰੀ ਜਾਨਵਰਾਂ ਦਾ ਤੁਹਾਨੂੰ ਪਤਾ ਜਾਨਵਰਾਂ ਦਾ ਬਾਦਸ਼ਾਹ ਕਿਹੜਾ ਹੈ? ਹਾਂਜੀ ਆਲੂ। ਕਰੇਲੇ, ਅੰਬ 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 ਅੰਬ, ਹਾਂ ਅਕਾਬ ਆ। ਭਾਈ ਫੈਸਲੇ ਓਏ ਜਾਨਵਰਾਂ ਦਾ ਬਾਦਸ਼ਾਹ ਹਾਥੀ ਆ। ਉਹ ਜਾਣ ਦੋ ਭਾਜੀ, ਲੈ ਹਾਥੀ ਆ। ਅੱਛਾ ਚਲੋ ਉਹ ਜੰਗਲ ਦਾ ਬਾਦਸ਼ਾਹ ਸ਼ੇਰ ਆ। ਅੱਛਾ ਹੁਣ ਦੇਖਣਾ ਜੰਗਲ ਦਾ ਬਾਦਸ਼ਾਹ ਸ਼ੇਰ ਆ, ਇਹ ਕਿਨੇ ਸਟੇਟਮੈਂਟ ਦਿੱਤੀ ਹੈ? ਉਸਤਾਦ ਜੀ ਹਿਸਟਰੀ ਗੂਗਲ ਤੇ ਸਰਚ ਕਰ ਲਓ, ਕਿੰਗ ਆਫ ਦਾ ਮਿਊਜ਼ੀਅਮ ਜੰਗਲ। ਉਹ ਯਾਰ ਆਪੇ ਹੀ ਦਿੱਤੀ ਹੈ, ਆਪੇ ਹੀ ਦਿੱਤੀ, ਕੋਈ ਚੱਕਰ ਨਹੀਂ ਹੈਗਾ। ਉਸਤਾਦ ਜੀ ਜਿਹੜਾ ਬਹਾਦਰ ਹੈ ਨਾ, ਤਾਕਤਵਰ ਕਹਿ, ਬਹਾਦਰ ਨਾ ਕਹਿ, ਤਾਕਤਵਰ ਸੀ। ਮੇਰਾ ਦਿਮਾਗ ਨਾ ਖਲਾਓ, ਸ਼ੋਅ ਦਾ ਟਾਈਮ ਐਂਡ ਹੋ ਗਿਆ। ਨਹੀਂ ਬਹਾਦਰ ਤੇ ਜਾਨਵਰ ਤਾਕਤਵਰ ਚ ਕੋਈ ਡਿਫਰੈਂਟ ਹੈ? ਹਾਂ ਬਹਾਦਰ ਕਿਹੜਾ ਬਹੁਤ। ਓਏ ਕਿਹੜਾ ਬਹਾਦਰ ਹੁੰਦਾ ਯਾਰ? ਜਾਣਦੇ ਫੈਸਲ ਨਾ ਮੇਰਾ ਦਿਮਾਗ ਖਰਾਬ ਕਰ। ਹਾਏ। ਬਹਾਦਰ ਕਿਹੜਾ ਬਹਾਦਰ ਹੁੰਦਾ ਜਿਹੜਾ ਆਪਣੇ ਹਾਨ ਦੇ ਦੋਵੇਂ ਜਾਨਾਂ ਦੇ ਨਾਲ ਲੜ ਕੇ ਜਿੱਤੇ। ਉਹ ਮਾਰੇ ਮਾੜੇ ਮਸਕੀਨ ਜਾਨਵਰਾਂ ਨੂੰ ਖਾ ਕੇ ਕਿਹੜਾ ਬਹਾਦਰ? ਤੂੰ ਨਿੱਕੇ ਨਿੱਕੇ ਬੱਚਿਆਂ ਨੂੰ ਚਪੇੜਾ ਮਾਰੀ ਜਾ ਤੇ ਤੂੰ ਬਹਾਦਰ ਆ? ਉਸਤਾਦ ਜੀ ਸਿੰਘਾਂ ਵਾਲੇ ਕੱਟੇ ਨਾਲ ਨਹੀਂ ਲੜਦਾ, ਆ ਜਿਹੜਾ ਸਿੰਘਾਂ ਵਾਲਾ ਕੱਟਾ ਨਹੀਂ ਹੁੰਦਾ ਜੰਗਲੀ। ਓ ਯਾਰ ਛੱਡ ਦਿਓ, ਬੜੀ ਦੁਨੀਆ ਨੂੰ ਪਤਾ ਲੱਗ ਗਿਆ ਕਿਹੜਾ ਬਹਾਦਰ ਆ। ਚੁੱਪ ਕਰਕੇ ਮੱਝ ਅੱਗੇ ਨੱਸੀ ਜਾ ਰਹੀ ਆ ਤੇ ਪਿੱਛੇ ਨੱਸਿਆ ਜਾ ਰਿਹਾ, ਮੱਝ ਖਲੋ ਕੇ ਐਣ ਮੂੰਹ ਕਰ ਲਵੇ ਤੇ ਪਿੱਛੇ ਹੋ ਜਾਂਦਾ। ਉਹ ਉਸਤਾਦ ਜੀ ਕਿਹੜਾ ਸ਼ੇਰ ਯਾਰ? ਜਾਣਦੇ ਹੋ? ਯਾਰ ਉਹ ਰੱਬ ਦੀ ਇੱਕ ਮਖਲੂਕ ਆ, ਬਹਾਦਰ ਆ, ਸੌਰੀ ਜਾਨਦਾਰ ਆ, ਤਾਕਤਵਰ ਆ, ਮਤਲਬ ਜਾਨਦਾਰ ਆ। ਬਹਾਦਰੀ ਇਹ ਤੁਸੀਂ ਕਹਿ ਸਕਦੇ ਆ ਵੀ ਉਹਨੂੰ ਇੰਨਾ ਕੁ ਬਹਾਦਰ ਆ ਕਿ ਕਿਸੇ ਵੀ ਹਿਰਨ ਨੂੰ, ਕਿਸੇ ਜ਼ੈਬਰੇ ਨੂੰ, ਜਿਨ੍ਹਾਂ ਦੇ ਕੋਲ ਆਪਣੀ ਜਵਾਬੀ ਕਾਰਵਾਈ ਵਾਸਤੇ ਔਜ਼ਾਰ ਹੀ ਨਹੀਂ ਦਿੱਤੇ ਅੱਲਾ ਨੇ, ਨਾ ਉਹਨਾਂ ਨੂੰ ਨਾਖਨ ਦਿੱਤੇ, ਨਾ ਉਹਨਾਂ ਨੂੰ ਦੰਦ ਚੱਕ ਦਿੱਤੇ, ਨਾ ਉਹਨਾਂ ਨੂੰ ਕੋਈ ਐਸਾ ਦਾ ਵਿਚਾਰਾ ਇੱਕ ਨਾਰਮਲ ਜਿਹਾ ਮਤਲਬ ਖੋਤੇ ਘੋੜੇ ਖਾ ਕੇ ਐਵੇਂ ਬਾਦਸ਼ਾਹ ਬਣਿਆ ਜੰਗਲ ਦਾ। ਇਹਦੇ ਤੇ ਗੱਲ ਪਹੁੰਚਾਉਂਦੇ ਆ ਜੀ, ਟੈਨਸ਼ਨ ਲੌਜੀਕਲੀ ਗੱਲ ਕਰੋ ਨਾ, ਲੌਜੀਕਲੀ ਗੱਲ ਕਰੋ। ਚਲੋ ਲੌਜੀਕਲੀ ਗੱਲ ਮੈਂ ਕਰੂੰਗਾ ਉਸਤਾਦ ਜੀ ਤੁਹਾਡੇ ਨਾਲ, ਇਹ ਤੁਸੀਂ ਅਗਲਾ ਸ਼ੋਅ ਕਰ ਲੈਣਾ, ਇਹ ਟਾਈਮ ਮੁੱਕ ਗਿਆ। ਕਰ ਲੈਣਾ ਯਾਰ। ਉਹ ਭਾਈ ਅਗਲਾ ਫੈਸਲੇ show ਤੂੰ ਪੂਰੀ ਸ਼ੇਰ ਤੇ ਕਰ ਦਲੀਲ ਦੇ ਨਾਲ ਲੇਗਾ। ਮੈਂ ਗੱਲ ਕਰਾਂਗਾ, ਦਲੀਲ ਨਾਲ ਜਵਾਬ ਦੇਣਾ ਤੁਸੀਂ। ਚਲੋ ਦਿਨ ਤੂੰ ਬਣਾਓ। ਮੈਨੂੰ ਅਗਲੇ ਸ਼ੋਅ 'ਚ ਦੱਸਣਾ ਹੀ ਵੀ ਸ਼ੇਰ ਕਿੱਥੇ ਬਹਾਦਰ ਹੁੰਦਾ। ਚਲੋ ਠੀਕ ਹੋ ਗਿਆ। ਹਾਂ ਯਾਰ ਓਕੇ ਜੀ ਨਾਜ਼ਰੀਨ, ਲਓ ਜੀ ਅਗਲੇ ਸ਼ੋਅ 'ਚ ਸ਼ੇਰ। ਲਵ ਯੂ।